ਅਸੀਂ ਉਹਦੀ ਤਿਆਰੀ ਕਰਨੀ ਹੈ। ਜਿਸ ਤਰ੍ਹਾਂ ਸਭ ਨੂੰ ਪਤਾ ਹੀ ਹੈ ਕਿ ਟੋਟਲ 800 ਪੋਸਟ ਨਿਕਲੀਆਂ ਨੇ। ਅਸੀਂ ਸਾਰਿਆਂ ਨੇ ਇਹ ਜੋ 5 ਦਿਨ ਰਹਿ ਗਏ ਹਨ ਇਸ ਵਿੱਚ ਪੂਰੀ ਕੋਸ਼ਿਸ਼ ਕਰਨੀ ਹੈ ਕਿ ਅਸੀਂ ਸਾਰੇ ਦਾ ਸਾਰਾ ਸਿਲੇਬਸ ਕਵਰ ਕਰ ਸਕੀਏ। ਸੋ ਅੱਜ ਦੀ ਅਸੀਂ ਜਿਹੜੀ ਕਲਾਸ ਹੈ ਇੱਥੋਂ ਸਟਾਰਟ ਕਰਾਂਗੇ ਕਿ ਅਸੀਂ ਇਸ ਵਿੱਚ ਡਿਸਕਸ ਕਰਾਂਗੇ ਕਿ ਵਾਰਡ ਅਟੈਂਡੈਂਟ ਹੁੰਦਾ ਕੀ ਹੈ ਔਰ ਵਾਰਡ ਅਟੈਂਡੈਂਟ ਦੇ ਰੋਲਸ ਕੀ ਹੁੰਦੇ ਨੇ। ਅਸੀਂ ਇਹਦੀ ਕੰਪਲੀਟ ਨੌਲੇਜ ਜਿਹੜੀ ਹੈਗੀ ਆ ਉਹਨੂੰ ਕਵਰ ਕਰਾਂਗੇ। ਤੋ ਆਓ ਅਸੀਂ ਸਟਾਰਟ ਕਰਦੇ ਹਾਂ ਕਿ ਵਾਰਡ ਅਟੈਂਡੈਂਟ ਕੀ ਹੁੰਦਾ ਹੈ। ਵਾਰਡ ਅਟੈਂਡੈਂਟ ਇਜ਼ ਆਲਸੋ ਨੋਨ ਐਜ਼ ਜਨਰਲ ਡਿਊਟੀ ਅਸਿਸਟੈਂਟ। ਵਾਰਡ ਅਟੈਂਡੈਂਟ ਹੁੰਦੇ ਨੇ, ਜਿੱਦਾਂ ਅਸੀਂ ਹੌਸਪੀਟਲ ਦੇ ਵਿੱਚ ਜਾਂਦੇ ਹਾਂ ਅਸੀਂ ਵੇਖਦੇ ਹਾਂ ਕਿ ਇੱਕ ਡਾਕਟਰ ਹੁੰਦਾ, ਇੱਕ ਨਰਸ ਹੁੰਦੀ ਹੈ ਔਰ ਇੱਕ ਹੈਲਪਰ ਹੁੰਦਾ। ਜਿਹੜਾ ਹੈਲਪਰ ਹੁੰਦਾ ਹੈ ਅਸੀਂ ਉਹਨੂੰ ਵਾਰਡ ਅਟੈਂਡੈਂਟ ਬੋਲਦੇ ਹਾਂ ਔਰ ਉਹਦਾ ਦੂਸਰਾ ਨਾਮ ਹੈਗਾ ਜਨਰਲ ਡਿਊਟੀ ਅਸਿਸਟੈਂਟ। ਇਸ ਤਰ੍ਹਾਂ ਕੁਐਸਚਨ ਵੀ ਆ ਸਕਦਾ ਹੈ ਕਿ ਵਟ ਇਜ਼ ਅਨਦਰ ਨੇਮ ਯੂਜ਼ਡ ਫॉर ਵਾਰਡ ਅਟੈਂਡੈਂਟ। ਅਨਦਰ ਨੇਮ ਯੂਜ਼ਡ ਫॉर ਵਾਰਡ ਅਟੈਂਡੈਂਟ ਇਜ਼ ਜਨਰਲ ਡਿਊਟੀ ਅਸਿਸਟੈਂਟ। ਠੀਕ ਹੈ। ਅੱਗੇ ਹੈਗੇ ਜੀ ਦੇ ਰੋਲਸ ਆਫ ਵਾਰਡ ਅਟੈਂਡੈਂਟ। ਵਾਰਡ ਅਟੈਂਡੈਂਟ ਦੇ ਰੋਲਸ ਕੀ ਹੁੰਦੇ ਨੇ। ਪਹਿਲਾ ਹੈਗਾ ਪਲੈਨਿੰਗ ਐਂਡ ਔਰਗੇਨਾਈਜ਼ਿੰਗ ਦਾ ਯੂਨਿਟ। ਪਲੈਨਿੰਗ ਐਂਡ ਔਰਗੇਨਾਈਜ਼ਿੰਗ ਤੋਂ ਹੁੰਦਾ ਹੈ ਕਿ ਜਿਸ ਤਰ੍ਹਾਂ ਕੋਈ ਏਰੀਆ ਹੁੰਦਾ ਹੈ ਉਸਨੂੰ ਪ੍ਰੋਪਰ ਕਿਸ ਤਰ੍ਹਾਂ ਵੈਲ ਔਰਗੇਨਾਈਜ਼ਡ ਰੱਖਣਾ, ਵੈਲ ਪਲੈਨਡ ਰੱਖਣਾ ਹੈ। ਇਹਦੇ ਵਿੱਚ ਜਿੱਦਾਂ ਉਹਦੀ ਪ੍ਰੋਪਰ ਕਿਸੇ ਏਰੀਆ ਦੀ ਕੇਅਰ ਆ ਜਾਂਦੀ ਹੈ ਕਿ ਕਿਹੜੀ ਚੀਜ਼ ਕਿੱਥੇ ਰੱਖੀ ਜਾਂਦੀ ਹੈ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਹੌਸਪੀਟਲ ਦੇ ਵਿੱਚ ਜਾਂਦੇ ਹਾਂ ਕਿ ਵਾਰਡ ਅਟੈਂਡੈਂਟ ਨੂੰ ਬੋਲਦੇ ਨੇ ਕਿ ਜਾਓ ਬੈੱਡ ਪੈਨ ਲੈ ਕੇ ਆਓ, ਜਾਓ ਇਹ ਲੈ ਕੇ ਆਓ। ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਕਿਸ ਚੀਜ਼ ਨੂੰ ਕਿੱਥੇ ਕਿੱਥੇ ਰੱਖਿਆ ਹੋਇਆ ਹੈ ਔਰ ਇੱਕ ਪ੍ਰੋਪਰ ਏਰੀਆ ਨੂੰ ਪ੍ਰੋਪਰ ਮੇਨਟੇਨ ਕਰਕੇ ਰੱਖਦੇ ਨੇ। ਨੈਕਸਟ ਹੈਗਾ ਨਰਸਿੰਗ ਕੇਅਰ। ਨੈਕਸਟ ਹੈ ਅਸਿਸਟੈਂਸ ਇਨ ਹਾਊਸਕੀਪਿੰਗ ਐਂਡ ਸੈਨੀਟੇਸ਼ਨ। ਅਸਿਸਟੈਂਟ ਇਨ ਹਾਊਸਕੀਪਿੰਗ ਕੇ ਜਿਹੜੇ ਹਾਊਸਕੀਪਿੰਗ ਵਾਲੇ ਹੁੰਦੇ ਨੇ, ਜਿਹੜੇ ਕਿ ਸਫਾਈ ਕਰਮਚਾਰੀ ਹੁੰਦੇ ਨੇ ਇੱਕ ਹੌਸਪੀਟਲ ਦੇ ਵਿੱਚ, ਉਹਨਾਂ ਦੀ ਹੈਲਪ ਕਰਦੇ ਨੇ, ਪ੍ਰੋਪਰ ਸੈਨੀਟਾਈਜੇਸ਼ਨ ਦੇ ਵਿੱਚ ਆਪਣਾ ਰੋਲ ਪਲੇ ਕਰਦੇ ਨੇ। ਟਰਾਂਸਪੋਰਟੇਸ਼ਨ ਆਫ ਪੇਸ਼ੈਂਟਸ ਐਂਡ ਸਪੈਸੀਮੈਂਟਸ। ਪੇਸ਼ੈਂਟਸ ਅਤੇ ਸਪੈਸੀਮੈਂਟਸ ਦੀ ਟਰਾਂਸਪੋਰਟੇਸ਼ਨ ਦੇ ਵਿੱਚ ਵੀ ਆਪਣਾ ਰੋਲ ਪਲੇ ਕਰਦੇ ਨੇ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕੋਈ ਚੀਜ਼ ਲੈ ਕੇ ਜਾਣੀ ਹੋਵੇ ਜਾਂ ਫਿਰ ਪੇਸ਼ੈਂਟ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਟਰਾਂਸਫਰ ਕਰਨਾ ਹੋਵੇ। ਨੈਕਸਟ ਹੈਗਾ ਪਾਰਟੀਸਪੇਟਿੰਗ ਇਨ ਵਾਰਡ ਮੈਨੇਜਮੈਂਟ ਪੋਸਟਮਾਰਟਮ ਕੇਅਰ। ਕਿ ਵਾਰਡ ਦੀ ਪ੍ਰੋਪਰ ਮੈਨੇਜਮੈਂਟ, ਜਿਸ ਤਰ੍ਹਾਂ ਅਸੀਂ ਹੁਣੇ ਡਿਸਕਸ ਕੀਤਾ ਹੈ ਕਿ ਪਲੈਨਿੰਗ ਕਰਨੀ ਔਰ ਪੋਸਟਮਾਰਟਮ ਕੇਅਰ ਹੁੰਦੀ ਹੈ ਕਿ ਜਦੋਂ ਪੇਸ਼ੈਂਟ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਪ੍ਰੋਪਰ ਬਾਡੀ ਦੀ ਕੇਅਰ ਕੀਤੀ ਜਾਂਦੀ ਹੈ ਉਹਦੇ ਵਿੱਚ ਵਾਰਡ ਅਟੈਂਡੈਂਟ ਦਾ ਇੱਕ ਮੇਜਰ ਰੋਲ ਹੁੰਦਾ ਹੈ। ਠੀਕ ਹੈ ਜੀ। ਨੈਕਸਟ ਸਾਡੇ ਹੈਗੇ ਕਿ ਮੇਨ ਟਾਸਕ ਆਫ ਵਾਰਡ ਅਟੈਂਡੈਂਟ। ਇੱਥੋਂ ਸਾਨੂੰ ਡਾਇਰੈਕਟ ਕੁਐਸਚਨ ਵੀ ਆ ਸਕਦਾ ਹੈ ਕਿ ਜਿੱਦਾਂ ਸਾਨੂੰ 4-5 ਆਪਸ਼ਨਸ ਆ ਜਾਂਦੀਆਂ ਨੇ ਉਹਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਵਾਰਡ ਅਟੈਂਡੈਂਟ ਜਿਹੜਾ ਹੁੰਦਾ ਹੈ ਉਹਦੀ ਕੀ ਮਤਲਬ ਉਹਦਾ ਮੇਨ ਟਾਸਕ ਹੋਇਆ। ਠੀਕ ਹੈ। ਇਹਦੇ 'ਚ ਆਪਾਂ ਡਿਸਕਸ ਕਰਾਂਗੇ ਆਨਸਰਿੰਗ ਪੇਸ਼ੈਂਟ ਕਾਲ ਸਿਗਨਲਸ, ਕੈਰੀ ਮੈਸੇजेस, ਚੇਂਜ ਸੋਇਲਡ ਲਾਈਨੈਂਸ। ਸੋਇਲਡ ਲਾਈਨੈਂਸ ਹੁੰਦੀਆਂ ਕਿ ਜਿਹੜੀਆਂ ਚਾਦਰਾਂ ਬੈੱਡਸ਼ੀਟਸ ਹੁੰਦੀਆਂ ਗੰਦੀਆਂ ਹੁੰਦੀਆਂ। ਠੀਕ ਹੈ। ਬਾਕੀ ਤਾਂ ਅਸੀਂ ਸਾਰੇ ਸਮਝਦੇ ਹਾਂ ਕਿ ਆਨਸਰਿੰਗ ਪੇਸ਼ੈਂਟ ਕਾਲ ਸਿਗਨਲਸ, ਕੈਰੀ ਮੈਸੇजेस, ਪੇਸ਼ੈਂਟ ਜੋ ਆਵਾਜ਼ ਲਗਾਉਂਦੇ ਉਹਨਾਂ ਨੂੰ ਜਵਾਬ ਦੇਣਾ, ਮੈਸੇजेस ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣਾ। ਚੇਂਜਡ ਸੋਇਲ ਲਾਈਨੈਂਸ, ਗੰਦੀਆਂ ਚਾਦਰਾਂ ਨੂੰ ਬਦਲਣਾ। ਕਲੀਨ ਐਂਡ ਸੈਨੀਟਾਈਜ਼, ਕਲੀਨ ਇਕੁਇਪਮੈਂਟ, ਕਲੈਕਟ ਐਂਡ ਟਰਾਂਸਪੋਰਟ ਇਨਫੈਕਸ਼ਸ ਔਰ ਹਾਰਜ਼ਡਸ ਵੇਸਟ। ਕਿ ਜਿਹੜੇ ਇਨਫੈਕਸ਼ਨ ਵਾਲੇ ਕੰਟੇਨਰਸ ਵਗੈਰਾ ਹੁੰਦੇ ਆ ਉਹਨਾਂ ਨੂੰ ਪ੍ਰੋਪਰਲੀ ਕਲੈਕਟ ਕਰਦੇ ਆ, ਉਹਨਾਂ ਨੂੰ ਪ੍ਰੋਪਰ ਬਿਨਸ ਦੇ ਵਿੱਚ ਪਾਉਂਦੇ ਆ। ਅਗਲੀਆਂ ਅਸੀਂ ਆਉਣ ਵਾਲੀਆਂ ਕਲਾਸਿਸ ਦੇ ਵਿੱਚ ਇਹ ਵੀ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਦੇ ਬਿਨਸ ਹੁੰਦੇ ਨੇ, ਕਿਹੜੇ ਕਲਰ ਹੁੰਦੇ ਨੇ, ਕਿਹਦੇ ਵਿੱਚ ਕਿਹਨੂੰ ਪਾਉਂਦੇ ਆ, ਕਿਹਦੇ ਵਿੱਚ ਕਿਹੜੇ ਗਲਾਸ ਮਟੀਰੀਅਲਸ ਪਾਉਂਦੇ, ਕਿਹਦੇ ਵਿੱਚ ਪਲਾਸਟਿਕਸ ਪਾਉਂਦੇ ਨੇ। ਠੀਕ ਹੈ ਜੀ। ਨੈਕਸਟ ਹੈਗਾ ਕਲੈਕਟ ਸੋਇਲਡ ਲਾਈਨੈਂਸ, disinfect or sterilize equipments, lift or assist others to lift the patients, position or hold patients। ਪੋਜੀਸ਼ਨ ਔਰ ਹੋਲਡ ਪੇਸ਼ੈਂਟ ਨੂੰ ਪਕੜਨਾ, ਪੇਸ਼ੈਂਟ ਨੂੰ ਪ੍ਰੋਪਰ ਪੋਜੀਸ਼ਨਸ ਦੇ ਵਿੱਚ ਰੱਖਣਾ ਕਿ ਜਿੱਦਾਂ ਕੋਈ ਵੀਲ ਚੇਅਰ ਵਾਲਾ ਹੁੰਦਾ ਪੇਸ਼ੈਂਟ ਉਹਨੂੰ ਪ੍ਰੋਪਰ ਵੀਲ ਚੇਅਰ ਤੋਂ ਕਿੱਦਾਂ ਮਤਲਬ ਉਠਾਉਣਾ ਹੈ, ਕਿੱਦਾਂ ਬਿਠਾਉਣਾ ਹੈ ਪ੍ਰੋਪਰ ਹੋਲਡ ਕਰਕੇ। ਪੋਜੀਸ਼ਨ ਔਰ ਹੋਲਡ ਪੇਸ਼ੈਂਟ, ਰਿਸਪੌਂਡ ਟੂ ਐਮਰਜੈਂਸੀ ਸਿਚੁਏਸ਼ਨਸ ਨੂੰ ਰਿਸਪੌਂਡ ਕਰਨਾ, ਜਿੱਦਾਂ ਕਿ ਕੋਈ ਪੋਇਜ਼ਨਿੰਗ ਵਾਲਾ ਪੇਸ਼ੈਂਟ ਆ ਗਿਆ ਤਾਂ ਉਹਦੇ ਨਾਲ ਕਿਸ ਤਰ੍ਹਾਂ ਦਾ ਵਰਤਾਵ ਕਰਨਾ ਹੈ। ਕੋਈ ਹਾਰਟ ਅਟੈਕ ਵਾਲਾ ਆ ਗਿਆ ਉਹਦੇ ਨਾਲ ਕਿੱਦਾਂ ਕਰਨਾ ਹੈ, ਕਿਸ ਤਰ੍ਹਾਂ ਅਸੀਂ ਡੀਲ ਕਰਨਾ ਹੈ। ਰਿਸਟ੍ਰੇਨ ਪੇਸ਼ੈਂਟਸ ਕਿ ਜਿੱਦਾਂ ਕੋਈ ਪੇਸ਼ੈਂਟ ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਨਿਊਜ਼ ਦੇ ਵਿੱਚ ਵੇਖਦੇ ਹਾਂ ਕਿ ਕਾਫੀ ਸਾਰੇ ਇੱਦਾਂ ਦੇ ਕੇਸਿਸ ਆਉਂਦੇ ਆ ਜਿੱਥੇ ਪੇਸ਼ੈਂਟਸ ਹੁੰਦੇ ਨੇ ਬਹੁਤ ਵਾਇਲੈਂਟ ਹੋ ਜਾਂਦੇ ਨੇ। ਉੱਥੇ ਵਾਰਡ ਅਟੈਂਡੈਂਟ ਆਪਣਾ ਰੋਲ ਵੀ ਪਲੇ ਕਰਦੇ ਨੇ ਕਿ ਅਗਰ ਇੱਦਾਂ ਦਾ ਕੋਈ ਮਾਹੌਲ ਹੋਵੇ ਉਸ ਚੀਜ਼ ਨੂੰ ਪ੍ਰੀਵੈਂਟ ਕਰਨ ਦੀ ਪੂਰੀ ਹੈਲਪ ਕਰਦੇ ਨੇ। ਠੀਕ ਹੈ। ਸਰਵ ਔਰ ਕਲੈਕਟ ਫੂਡ ਟਰੇਜ਼ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਮਤਲਬ ਪੇਸ਼ੈਂਟ ਨੂੰ ਦੇਣਾ ਔਰ ਪੇਸ਼ੈਂਟ ਜਦੋਂ ਖਾਣਾ ਖਾ ਲੈਂਦੇ ਨੇ ਉਹਨਾਂ ਨੂੰ ਕਲੈਕਟ ਕਰਨਾ। ਠੀਕ ਹੈ। ਨੈਕਸਟ ਹੈਗਾ ਜੀ ਸਾਡਾ ਸਟਾਕ ਔਰ ਇਸ਼ੂ ਮੈਡੀਕਲ ਸਪਲਾਈਜ਼।
ਜਿਸ ਤਰ੍ਹਾਂ ਕੋਈ ਡਰੈਸਿੰਗ ਪੈਕਸ ਹੋ ਗਏ, ਉਹਨਾਂ ਨੂੰ ਲੈ ਕੇ ਆਉਣਾ, ਛੱਡ ਕੇ ਆਉਣਾ, ਟਰੀਟਮੈਂਟ ਟਰੇਜ਼ ਨੂੰ ਲੈ ਕੇ ਜਾਣਾ, ਛੱਡ ਕੇ ਆਉਣਾ, ਸਟਾਕ ਯੂਟਿਲਿਟੀ ਰੂਮਸ, ਠੀਕ ਹੈ, ਜਿੱਦਾਂ ਨੋਨ ਮੈਡੀਕਲ ਸਟੋਰੇਜ ਰੂਮਸ ਹੋ ਗਏ, ਕਲੀਨਿੰਗ ਕਾਰਟਸ ਹੋ ਗਏ, ਉਹਨਾਂ ਦੇ ਅੰਦਰ ਪ੍ਰੋਪਰ ਸਪਲਾਈ ਹੋਣੀ ਚਾਹੀਦੀ ਹੈ। ਨੈਕਸਟ ਹੈਗਾ ਸਪਲਾਈ, ਕਲੈਕਟ ਔਰ ਐਮਟੀ ਬੈੱਡ ਪੈਨਸ, ਪੇਸ਼ੈਂਟ ਦੇ ਪ੍ਰੋਪਰ ਜਿੱਦਾਂ ਕੇਅਰ ਹੁੰਦੀ ਹੈ ਹੌਸਪੀਟਲਸ ਦੇ ਵਿੱਚ। ਅਸੀਂ ਨੋਰਮਲੀ ਕਦੇ ਗਏ ਹੋਏ ਤਾਂ ਅਸੀਂ ਜ਼ਰੂਰ ਵੇਖਾਂਗੇ, ਦੇਖ ਸਕਦੇ ਹਾਂ ਇਹ ਚੀਜ਼, ਹੈ ਨਾ। ਨੈਕਸਟ ਹੈਗਾ ਟਰਾਂਸਪੋਰਟ ਬੋਡੀਜ਼ ਟੂ ਦਾ ਮੋਰਚ, ਬੋਡੀਜ਼ ਨੂੰ ਜਿੱਦਾਂ ਮੁਰਦਾ ਘਰ ਹੁੰਦੇ ਨੇ ਉੱਥੇ ਛੱਡ ਕੇ ਆਉਣਾ, ਉੱਥੋਂ ਲੈ ਕੇ ਆਉਣਾ, ਠੀਕ ਹੈ। ਨੈਕਸਟ ਹੈਗਾ ਜੀ ਸਾਡਾ ਟਰਾਂਸਫਰ ਪੇਸ਼ੈਂਟਸ ਟੂ ਟਰੀਟਮੈਂਟ ਯੂਨਿਟਸ, ਜਿੱਦਾਂ ਕੋਈ ਪੇਸ਼ੈਂਟ ਆ ਗਿਆ, ਉਹਦਾ ਆਪਰੇਟ ਹੋਣਾ ਹੈ, ਉਹਨੂੰ ਪ੍ਰੋਪਰ ਆਪਰੇਸ਼ਨ ਥੀਏਟਰ 'ਚ ਛੱਡ ਕੇ ਆਉਣਾ। ਇਹ ਸਾਰੇ ਜਿਹੜੇ ਰੋਲਸ ਹੁੰਦੇ ਨੇ ਵਾਰਡ ਅਟੈਂਡੈਂਟ ਦੇ ਹੁੰਦੇ ਨੇ। ਐਕਚੁਅਲ 'ਚ ਜਿਹੜੇ ਵਾਰਡ ਅਟੈਂਡੈਂਟ ਦਾ ਰੋਲ ਹੁੰਦਾ ਬਹੁਤ ਮੇਜਰ ਰੋਲ ਹੁੰਦਾ ਇੱਕ ਹੌਸਪੀਟਲ ਦੇ ਵਿੱਚ, ਕਿਉਂਕਿ ਕਾਫੀ ਸਾਰੀ ਯੂਨਿਟਸ ਦੇ ਵਿੱਚ ਕੰਮ ਕਰਦੇ ਆ, ਡਾਕਟਰਸ ਦੀ ਹੈਲਪ ਵੀ ਕਰਦੇ ਆ, ਨਰਸਿਸ ਦੀ ਹੈਲਪ ਵੀ ਕਰਦੇ ਆ, ਆਪਣੇ ਛੋਟੇ ਕੰਮ ਦੇ ਨਾਲ। ਕਿਉਂਕਿ ਅਸੀਂ ਵੇਖਦੇ ਹਾਂ ਕਿ ਇੱਕ ਵੱਡੀ ਚੀਜ਼ ਦੇ ਪਿੱਛੇ ਛੋਟੀਆਂ ਚੀਜ਼ਾਂ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਨੇ, ਕਿ ਛੋਟੀਆਂ ਚੀਜ਼ਾਂ ਮਿਲ ਕੇ ਅਸੀਂ ਇੱਕ ਵੱਡੀ ਚੀਜ਼ ਨੂੰ ਕਹਿੰਦੇ ਨੇ ਅਸੀਂ ਵੱਡੇ ਕੰਮ ਨੂੰ ਅੰਜਾਮ ਦੇ ਸਕਦੇ ਹਾਂ। ਜਦੋਂ ਵਾਰਡ ਅਟੈਂਡੈਂਟਸ ਪ੍ਰੋਪਰ ਕੇਅਰ ਰੱਖਦੇ ਨੇ, ਪ੍ਰੋਪਰ ਕਲੀਨਲੀਨੈਸ ਰੱਖਦੇ ਨੇ, ਤਾਂ ਹੀ ਹੌਸਪੀਟਲਸ ਦੇ ਵਿੱਚ ਇੱਕ ਪ੍ਰੋਪਰ ਸਾਫ ਸੁਥਰਾ ਮਾਹੌਲ ਸਾਨੂੰ ਦੇਖਣ ਨੂੰ ਮਿਲਦਾ, ਠੀਕ ਹੈ। ਨੈਕਸਟ ਹੈਗਾ ਸਾਡਾ ਟਰਾਂਸਪੋਰਟ ਪੋਰਟੇਬਲ ਮੈਡੀਕਲ ਇਕੁਇਪਮੈਂਟਸ ਔਰ ਮੈਡੀਕਲ ਸਪਲਾਈਜ਼ ਬਿਟਵੀਨ ਰੂਮਸ ਐਂਡ ਡਿਪਾਰਟਮੈਂਟਸ, ਠੀਕ ਹੈ। ਇਹਦਾ ਹੈਗਾ ਕਿ ਜਿੱਦਾਂ ਅਸੀਂ ਕੋਈ ਫਾਰਮੇਸੀ ਤੋਂ ਕੋਈ ਸਮਾਨ ਲਿਆ, ਠੀਕ ਹੈ, ਜਾਂ ਲੈਬ ਦੇ ਵਿੱਚੋਂ ਕੋਈ ਵੀ ਹੁੰਦਾ ਹੈ ਸਮਾਨ, ਜਿੱਦਾਂ ਟੈਸਟ ਹੋਏ ਤਾਂ ਉਹ ਸੈਂਪਲਸ ਵਗੈਰਾ ਨੂੰ ਲੈ ਕੇ ਜਾਣਾ ਰੂਮਸ ਤੇ ਡਿਪਾਰਟਮੈਂਟਸ ਤੱਕ ਪ੍ਰੋਪਰ ਕੇਅਰ ਦੇ ਨਾਲ। ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਕਈ ਵਾਰ ਕਿ ਜਿੱਦਾਂ ਆਈਸ ਪੈਕ ਵਾਲੀ ਚੀਜ਼ ਹੁੰਦੀ ਆ, ਉਹਨੂੰ ਆਈਸ ਕਿਊਬ ਦੇ ਨਾਲ ਹੀ ਲੈ ਕੇ ਜਾਂਦੇ ਨੇ, ਕਿਉਂਕਿ ਉਸ ਚੀਜ਼ ਦਾ ਟੈਂਪਰੇਚਰ ਮੇਨਟੇਨ ਰੱਖਣਾ ਪੈਂਦਾ, ਠੀਕ ਹੈ। ਟਰਾਂਸਪੋਰਟ ਸਪੈਸੀਮੈਨਸ, ਕੋਈ ਰਿਕਾਰਡਸ ਵਗੈਰਾ ਹੁੰਦੇ ਜਿੱਦਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣੇ। ਟਰਨ ਔਰ ਰੀਪੋਸਟਿੰਗ ਬੈਡ ਰਿਡਨ ਪੇਸ਼ੈਂਟਸ, ਜਿੱਦਾਂ ਪੇਸ਼ੈਂਟਸ ਹੁੰਦੇ ਨੇ ਜਿਨ੍ਹਾਂ ਨੂੰ ਬੈਡ ਸੋਰ ਵਗੈਰਾ ਹੋਏ ਹੁੰਦੇ, ਉਹਨਾਂ ਦੀ ਪ੍ਰੋਪਰ ਉਹਨਾਂ ਨੂੰ ਉਠਾਉਣਾ ਬਿਠਾਉਣਾ। ਅਸੀਂ ਇਹ ਵੀ ਡਿਸਕਸ ਕਰਾਂਗੇ ਕਿ ਪੇਸ਼ੈਂਟ ਦੀਆਂ ਕਿਹੜੀਆਂ ਪੋਜੀਸ਼ਨਸ ਹੁੰਦੀਆਂ ਨੇ, ਕਿਸ ਤਰ੍ਹਾਂ ਨਾਲ ਜਿਹੜਾ ਵਾਰਡ ਅਟੈਂਡੈਂਟ ਹੁੰਦਾ ਕਿਸੇ ਮਰੀਜ਼ ਨੂੰ, ਕਿਸੇ ਪੇਸ਼ੈਂਟ ਨੂੰ ਦੂਸਰੀ ਜਗ੍ਹਾ ਕਿੱਦਾਂ ਟਰਾਂਸਫਰ ਕਰੇਗਾ, ਕਿਸ ਪੋਜੀਸ਼ਨ 'ਚ ਉਹਨੂੰ ਉਠਾ ਸਕਦਾ, ਕਿਸ ਪੋਜੀਸ਼ਨ 'ਚ ਬਿਠਾ ਸਕਦਾ, ਕਿਉਂਕਿ ਇਹ ਸਾਰੇ ਪੇਪਰ ਦੇ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਬਣਦੇ ਆ ਸਾਡੇ, ਠੀਕ ਹੈ। ਨੈਕਸਟ ਹੈਗਾ ਪ੍ਰੋਵਾਈਡ ਫਿਜ਼ੀਕਲ ਸਪੋਰਟ ਟੂ ਪੇਸ਼ੈਂਟਸ, ਪੇਸ਼ੈਂਟ ਨੂੰ ਫਿਜ਼ੀਕਲ ਸਪੋਰਟ ਦਿੰਦੇ ਕਿ ਕਈ ਜਿੱਦਾਂ ਵੀਲਚੇਅਰ ਵਾਲੇ ਪੇਸ਼ੈਂਟ ਹੁੰਦੇ ਨੇ, ਉਹਨਾਂ ਨੂੰ ਉਠਾਉਣਾ, ਉਹਨਾਂ ਨੂੰ ਬਿਠਾਉਣਾ ਪ੍ਰੋਪਰਲੀ। ਸੈਪਰੇਟ ਕਲੈਕਟਡ ਮਟੀਰੀਅਲ, ਜਿੱਦਾਂ ਮੰਨ ਲਓ ਅਸੀਂ ਫਾਰਮੇਸੀ ਦੀ ਗੱਲ ਕਰਦੇ ਕਿ ਫਾਰਮੇਸੀ ਤੋਂ ਆਪਾਂ ਸਾਰਾ ਸਮਾਨ ਇਕੱਠਾ ਲੈ ਲਿਆ, ਕਿ ਮੈਡੀਸਿਨਸ ਅਸੀਂ ਕਰ ਲਈਆਂ, ਅਤੇ ਉਹ ਅਲੱਗ-ਅਲੱਗ ਚੀਜ਼ ਕਰਕੇ ਅਲੱਗ-ਅਲੱਗ ਪੇਸ਼ੈਂਟ ਦੀ ਕਰਦੇ ਕਿ ਇਸ ਪੇਸ਼ੈਂਟ ਦੀ A ਪੇਸ਼ੈਂਟ ਹੈ, B ਪੇਸ਼ੈਂਟ ਹੈ, C ਪੇਸ਼ੈਂਟ ਹੈ, ਠੀਕ ਹੈ। ਨੈਕਸਟ ਹੈਗਾ ਟੇਕ ਐਂਡ ਰਿਕਾਰਡ ਵਾਈਟਲ ਸਾਇੰਸ, ਠੀਕ ਹੈ। ਇਹਦਾ ਹੈਗਾ ਕਿ ਜਿੱਦਾਂ ਕਿ ਕੋਈ ਟੈਂਪਰੇਚਰ ਵਗੈਰਾ ਉਹਨਾਂ ਨੂੰ ਚੈੱਕ ਕਰਨਾ ਆਉਂਦਾ ਹੈ, ਕਿ ਜਦੋਂ ਵਾਰਡ ਅਟੈਂਡੈਂਟ ਆਪਾਂ ਦੇਖਦੇ ਹਾਂ ਤਾਂ ਛੋਟੇ ਕੰਮ ਵਾਰਡ ਅਟੈਂਡੈਂਟ ਵੀ ਕਰ ਸਕਦਾ, ਲਾਈਕ ਟੈਂਪਰੇਚਰ ਚੈੱਕ ਕਰਨਾ, ਪਲਸ ਰੇਟ ਚੈੱਕ ਕਰਨਾ, BP ਚੈੱਕ ਕਰਨਾ। ਹਾਲਾਂਕਿ ਇੱਕ ਨਰਸ ਦੇ ਰੋਲਸ ਹੁੰਦੇ ਨੇ, ਬਟ ਇਨ ਕੇਸ ਆਫ ਐਮਰਜੈਂਸੀ ਵਾਰਡ ਅਟੈਂਡੈਂਟ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਪਣਾ ਰੋਲ ਪਲੇ ਕਰ ਸਕਦਾ ਹੈ, ਠੀਕ ਹੈ। ਨੈਕਸਟ ਹੈਗਾ ਰੋਲ ਆਫ ਵਾਰਡ ਅਟੈਂਡੈਂਟ ਡਿਊਰਿੰਗ ਐਡਮਿਸ਼ਨ ਆਫ ਦ ਪੇਸ਼ੈਂਟ, ਠੀਕ ਹੈ। ਜਦੋਂ ਪੇਸ਼ੈਂਟ ਦੀ ਐਡਮਿਸ਼ਨ ਹੁੰਦੀ ਹੈ ਤਾਂ ਉਦੋਂ ਕੀ ਹੁੰਦਾ, ਸਭ ਤੋਂ ਪਹਿਲਾਂ ਹੁੰਦੀ ਹੈ ਐਡਮਿਸ਼ਨ ਆਫ ਦਾ ਪੇਸ਼ੈਂਟ, ਠੀਕ ਹੈ। ਪੇਸ਼ੈਂਟ ਨੂੰ ਐਡਮਿਟ ਕਿਉਂ ਕਰਦੇ ਆ? ਕੋਈ ਪੇਸ਼ੈਂਟ ਮੰਨ ਲਓ ਬਾਹਰੋਂ ਆਉਂਦਾ, ਠੀਕ ਹੈ। ਦੋ ਤਰ੍ਹਾਂ ਦੇ ਪੇਸ਼ੈਂਟ ਹੁੰਦੇ ਨੇ, ਇੱਕ ਹੁੰਦਾ ਇਨ ਪੇਸ਼ੈਂਟ, ਇੱਕ ਹੁੰਦਾ ਆਊਟ ਪੇਸ਼ੈਂਟ। ਇਨ ਪੇਸ਼ੈਂਟ ਹੁੰਦਾ ਹੈ ਜਿਹਨੂੰ ਕਿ ਕੋਈ ਮੇਜਰ ਪ੍ਰੋਬਲਮ ਹੋਵੇ, ਲਾਈਕ ਕਿਸੇ ਨੂੰ ਕਿਸੇ ਨੂੰ ਹਾਰਟ ਅਟੈਕ ਦਾ ਸਿੰਪਟਮ ਹੋਵੇ, ਕੋਈ ਐਕਸੀਡੈਂਟ ਪੇਸ਼ੈਂਟ ਹੋਵੇ, ਕੋਈ ਡਾਇਰੀਆ ਦਾ ਪੇਸ਼ੈਂਟ ਹੋਵੇ, ਕੋਈ ਲੇਬਰ ਪੇਨ ਵਾਲਾ ਹੋਵੇ ਜਾਂ ਪੋਇਜ਼ਨਿੰਗ ਵਾਲਾ ਹੋਵੇ, ਤਾਂ ਉਹ ਇਨ ਪੇਸ਼ੈਂਟ ਦੇ ਵਿੱਚ ਕਾਊਂਟ ਹੁੰਦੇ ਆ, ਠੀਕ ਹੈ। ਆਊਟ ਪੇਸ਼ੈਂਟ ਹੁੰਦੇ ਲਾਈਕ ਕਿਸੇ ਨੂੰ ਫੀਵਰ ਹੋਵੇ, ਕਿਸੇ ਨੂੰ ਖਾਂਸੀ ਹੋਵੇ, ਜ਼ੁਕਾਮ ਹੋਵੇ, ਉਹ ਪੇਸ਼ੈਂਟ ਆਉਂਦਾ, ਡਾਕਟਰ ਤੋਂ ਚੈੱਕ ਕਰਾਉਂਦਾ ਔਰ ਚਲਾ ਜਾਂਦਾ ਹੈ। ਉਹਦੀ ਐਡਮਿਸ਼ਨ ਜਿਹੜੀ ਹੁੰਦੀ ਹੈ ਉਹ ਜਸਟ ਆਊਟ ਪੇਸ਼ੈਂਟ ਵਾਲੀ ਐਡਮਿਸ਼ਨ ਹੁੰਦੀ ਹੈ ਕਿ ਪੇਸ਼ੈਂਟ ਨੇ ਆਉਣਾ ਔਰ ਘਰ ਚਲੇ ਜਾਣਾ, ਠੀਕ ਹੈ। ਬਟ ਜਿਹੜੇ ਪੇਸ਼ੈਂਟਸ ਹੁੰਦੇ ਆ ਨਾ ਲਾਈਕ ਜਿੱਦਾਂ ਹਾਰਟ ਅਟੈਕ ਵਾਲੇ ਐਡਮਿਟ ਹੁੰਦੇ, ਜਿਹੜੇ ਕਿ ਨਾਈਟ ਸਟੇ ਲਈ ਆਉਂਦੇ ਆ, ਉਹਨਾਂ ਨੂੰ ਆਪਾਂ ਬੋਲਦੇ ਹਾਂ ਇਨ ਪੇਸ਼ੈਂਟਸ, ਠੀਕ ਹੈ। ਪੇਸ਼ੈਂਟ ਦੀ ਪਹਿਲਾਂ ਐਡਮਿਸ਼ਨ ਕਦੋਂ ਹੁੰਦੀ ਹੈ? ਜਦੋਂ ਪੇਸ਼ੈਂਟ ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ 'ਚ ਹੁੰਦਾ, ਕੋਈ ਐਮਰਜੈਂਸੀ ਸਿਚੁਏਸ਼ਨ ਹੋਵੇ, ਤਾਂ ਪੇਸ਼ੈਂਟ ਨੂੰ ਜਲਦੀ ਆਪਾਂ ਐਡਮਿਟ ਕਰਨ ਦੀ ਉਹ ਕਰਦੇ ਹਾਂ ਤਾਂ ਕਿ ਪੇਸ਼ੈਂਟ ਦਾ ਪ੍ਰੋਪਰ ਟਰੀਟਮੈਂਟ ਹੋ ਸਕੇ, ਠੀਕ ਹੈ। ਪੇਸ਼ੈਂਟ ਦੀ ਐਡਮਿਸ਼ਨ ਹੋ ਗਈ, ਪੇਪਰਸ ਦੇ ਵਿੱਚ ਐਡਮਿਸ਼ਨ ਹੋ ਗਈ। ਨੈਕਸਟ ਸਾਡਾ ਕੀ ਪ੍ਰੋਸੀਜਰ ਹੁੰਦਾ? ਰਿਕਾਰਡਿੰਗ ਪਰਸਨਲ ਐਂਡ ਮੈਡੀਕਲ ਡੇਟਾ ਆਫ ਦ ਪੇਸ਼ੈਂਟ, ਠੀਕ ਹੈ। ਪੇਸ਼ੈਂਟ ਦਾ ਪਰਸਨਲ ਰਿਕਾਰਡ ਕਰਦੇ ਕਿ ਪੇਸ਼ੈਂਟ ਦਾ ਨਾਮ ਕੀ ਹੈ, ਐਡਰੈਸ ਕੀ ਹੈ,
ਠੀਕ ਹੈ, ਲਾਈਕ ਕੀ ਉਹਦੀ ਇਨਕਮ ਹੈਗੀ ਆ, ਕੀ ਉਹਦਾ ਬੈਕਗਰਾਊਂਡ ਹੈਗਾ, ਸਭ ਕੁਛ ਨੋਟ ਕਰਦੇ ਹਾਂ, ਕਿਉਂਕਿ ਜਦੋਂ ਪੇਸ਼ੈਂਟ ਦੀ ਫਾਈਨੈਂਸ਼ੀਅਲੀ ਆਪਾਂ ਲਾਸਟ ਵਿੱਚ ਕੰਕਲੂਜਨ ਕਰਨੀ ਹੁੰਦੀ ਤਾਂ ਇਹ ਸਾਰੀਆਂ ਚੀਜ਼ਾਂ ਬਹੁਤ ਮੈਟਰ ਕਰਦੀਆਂ ਹੈ, ਠੀਕ ਹੈ, ਉਹਦਾ ਕੰਟੈਕਟ ਨੰਬਰਸ, ਉਹਦਾ ਐਡਰੈਸ ਵਗੈਰਾ ਸਭ ਕੁਛ। ਅਤੇ ਨੈਕਸਟ ਹੈਗਾ ਮੈਡੀਕਲ ਡੇਟਾ ਆਫ ਦ ਪੇਸ਼ੈਂਟ। ਮੈਡੀਕਲ ਡੇਟਾ ਵੀ ਜ਼ਰੂਰੀ ਹੁੰਦਾ ਹੈ, ਕਿਉਂਕਿ ਸਾਨੂੰ ਬਲੱਡ ਗਰੁੱਪ ਪਤਾ ਹੋਣਾ ਚਾਹੀਦਾ ਆ, ਫੈਮਿਲੀ ਦਾ ਮੈਂਬਰ ਦਾ ਬਲੱਡ ਗਰੁੱਪਸ ਪਤਾ ਹੋਣੇ ਚਾਹੀਦੇ ਆ, ਕਿ ਮਤਲਬ ਕੋਈ ਇਨ ਰਿਲੇਸ਼ਨ ਜਿਹੜੇ ਹੈਗੇ ਉਹਨਾਂ ਦੇ ਨਾਮ ਪਤਾ ਹੋਣੇ ਚਾਹੀਦੇ, ਤਾਂ ਕਿ ਅਗਰ ਪੇਸ਼ੈਂਟ ਨੂੰ ਬਲੱਡ ਦੀ ਜ਼ਰੂਰਤ ਪਵੇ, ਕਦੇ ਇਨ ਕੇਸ ਨਾ ਅਵੇਲੇਬਲ ਹੋਵੇ, ਤਾਂ ਆਪਾਂ ਫੈਮਿਲੀ 'ਚੋਂ ਕਿਸੇ ਨੂੰ ਵੀ ਕਾਲ ਕਰੀਏ, ਜਾਂ ਮੈਡੀਕਲ ਉਹਦੀ ਕੋਈ ਵੀ ਹਿਸਟਰੀ ਹੈ ਸਾਨੂੰ ਪਤਾ ਹੋਣੀ ਚਾਹੀਦੀ ਹੈ, ਠੀਕ ਹੈ। ਨੈਕਸਟ ਹੈਗਾ ਮੈਡੀਕਲ ਹਿਸਟਰੀ ਐਂਡ ਐਗਜ਼ਾਮੀਨੇਸ਼ਨ ਆਫ ਦ ਪੇਸ਼ੈਂਟ, ਠੀਕ ਹੈ। ਐਗਜ਼ਾਮੀਨੇਸ਼ਨ ਆਫ ਪੇਸ਼ੈਂਟ ਉਹੀ ਕਿ ਪੇਸ਼ੈਂਟ ਆਇਆ, ਉਹਨੂੰ ਕੀ ਪ੍ਰੋਬਲਮ ਹੈਗੀ ਆ, ਉਹ ਚੀਜ਼ ਦੀ ਐਗਜ਼ਾਮੀਨੇਸ਼ਨ ਪ੍ਰੋਪਰ ਹੋਏਗੀ, ਠੀਕ ਹੈ। ਮੈਡੀਕਲ ਹਿਸਟਰੀ ਹੁੰਦੀ ਹੈ ਜਿੱਦਾਂ ਕਿ ਕਿਸੇ ਪੇਸ਼ੈਂਟ ਨੂੰ ਕੋਈ ਚੀਜ਼ ਤੋਂ ਐਲਰਜੀ ਤਾਂ ਨਹੀਂ ਹੈਗੀ, ਕਿ ਆਹ ਮੈਡੀਸਿਨ ਉਹ ਖਾਂਦਾ ਪਿਆ ਆ, ਕਿੰਨੇ ਟਾਈਮ ਤੋਂ ਖਾਂਦਾ ਪਿਆ ਆ, ਕਿਉਂ ਖਾਂਦਾ ਪਿਆ ਆ, ਜਾਂ ਕਿੰਨੀ ਡੋਜ਼ ਲੈਂਦਾ ਆ, ਕਿੰਨੇ ਟਾਈਮ ਲੈਂਦਾ ਹੈ ਨਾ, ਇਹ ਸਾਰੀਆਂ ਚੀਜ਼ਾਂ ਜਿਹੜੀ ਹੁੰਦੀਆਂ ਮੈਡੀਕਲ ਹਿਸਟਰੀ, ਇਹ ਆਪਾਂ ਇਨਕਲੂਡ ਕਰਦੇ ਹਾਂ, ਠੀਕ ਹੈ। ਇਹਨਾਂ ਚੀਜ਼ਾਂ ਦੇ ਨਾਲ ਆਪਾਂ ਪੇਸ਼ੈਂਟ ਦੀ ਜਿਹੜੀ ਪ੍ਰੋਪਰ ਉਹ ਕਰ ਸਕਦੇ ਹਾਂ, ਮਤਲਬ ਉਹਦੀ ਡਿਟੇਲ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ, ਤਾਂ ਕਿ ਅਸੀਂ ਜਦੋਂ ਪੇਸ਼ੈਂਟ ਦੀ ਅੱਗੇ ਟਰੀਟਮੈਂਟ ਕਰਨੀ ਹੈ ਤਾਂ ਸਾਨੂੰ ਕੋਈ ਮੁਸ਼ਕਿਲ ਨਾ ਆਵੇ, ਠੀਕ ਹੈ। ਨੈਕਸਟ ਹੈਗਾ ਟਰਾਂਸਫਰਿੰਗ ਆਫ ਪੇਸ਼ੈਂਟ, ਠੀਕ ਹੈ। ਜਦੋਂ ਪੇਸ਼ੈਂਟ ਐਡਮਿਟ ਕਰ ਲਿਆ, ਫਿਰ ਰੋਲ ਸ਼ੁਰੂ ਹੁੰਦਾ ਵਾਰਡ ਅਟੈਂਡੈਂਟ ਦਾ, ਠੀਕ ਹੈ। ਵਾਰਡ ਅਟੈਂਡੈਂਟ ਕੀ ਕਰਦਾ ਆ, ਪੇਸ਼ੈਂਟ ਨੂੰ ਟਰਾਂਸਫਰ ਕਰਦਾ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ, ਠੀਕ ਹੈ। ਇੱਥੇ ਆਪਾਂ ਦੇਖਦੇ ਹਾਂ ਕਿ ਲਿਖਿਆ ਹੋਇਆ ਕਿ ਅ ਟਰਾਂਸਫਰ ਇਜ਼ ਦ ਸੇਫ ਮੂਵਮੈਂਟ ਆਫ ਦ ਪੇਸ਼ੈਂਟ from one place to another, like from bed to wheelchair, from one unit to another, within the one medical institution to another, ਠੀਕ ਹੈ। ਟਰਾਂਸਫਰ ਜਿਹੜੀ ਹੁੰਦੀ ਹੈ ਉਹ ਬੈੱਡ ਤੋਂ ਵੀਲਚੇਅਰ ਤੱਕ ਹੋ ਸਕਦੀ ਹੈ, ਇੱਕ ਯੂਨਿਟ ਤੋਂ ਦੂਸਰੀ ਯੂਨਿਟ ਤੱਕ ਹੋ ਸਕਦੀ ਹੈ, ਇੱਕ ਹਸਪੀਟਲ ਤੋਂ ਦੂਸਰੇ ਹਸਪੀਟਲ ਤੱਕ ਹੋ ਸਕਦੀ ਹੈ, ਠੀਕ ਹੈ। ਅੱਗੇ ਹੈਗੇ ਟਾਈਪਸ ਆਫ ਟਰਾਂਸਫਰ। ਟਰਾਂਸਫਰ ਦੀਆਂ ਟਾਈਪਸ ਕਿਹੜੀਆਂ ਹੈਗੀਆਂ ਸਾਡੇ ਕੋਲ, ਇੰਟਰਾ ਹਸਪੀਟਲ, ਇੰਟਰ ਹਸਪੀਟਲ, ਫਰੋਮ ਹਸਪੀਟਲ ਟੂ ਹੋਮ। ਇੰਟਰਾ ਹਸਪੀਟਲ ਕਿ ਲਾਈਕ ਹਸਪੀਟਲ ਦੇ ਅੰਦਰ ਜਿੱਦਾਂ ਮੰਨ ਲਓ ਐਮਰਜੈਂਸੀ ਤੋਂ ICU ਹੋ ਗਈ, ICU ਤੋਂ ਜਨਰਲ ਵਾਰਡ ਹੋ ਗਿਆ, ਜਨਰਲ ਵਾਰਡ ਤੋਂ ਫਿਰ ਐਮਰਜੈਂਸੀ ਆ ਗਏ, ਇੱਦਾਂ, ਠੀਕ ਹੈ। ਕਿ ਨੈਕਸਟ ਹੈਗਾ ਇੰਟਰ ਹਸਪੀਟਲ। ਇੰਟਰ ਹਸਪੀਟਲ ਮਤਲਬ ਇੱਕ ਹਸਪੀਟਲ ਤੋਂ ਦੂਸਰੇ ਹਸਪੀਟਲ। ਅਤੇ ਲਾਸਟ ਹੈਗਾ ਹਸਪੀਟਲ ਟੂ ਹੋਮ, ਜਦੋਂ ਪੇਸ਼ੈਂਟ ਨੋਰਮਲੀ ਡਿਸਚਾਰਜ ਹੋ ਕੇ ਜਾਂਦਾ ਹਸਪੀਟਲ ਤੋਂ ਹੋਮ ਦੇ ਵਿੱਚ, ਠੀਕ ਹੈ। ਨੈਕਸਟ ਹੈਗਾ ਸਾਡਾ ਇੰਟਰਾ ਹਸਪੀਟਲ ਟਰਾਂਸਫਰ। ਇਹਦੇ 'ਚ ਆਉਂਦਾ ਹੈ ਕਿ ਇੰਟਰਾ ਹਸਪੀਟਲ ਟਰਾਂਸਫਰ ਦੀ ਅੱਗੇ ਕੀ ਕੈਟਾਗਰੀਜ਼ ਹੈਗੀਆਂ, ਇਹਦੇ ਵਿੱਚ ਕੀ ਆ ਸਕਦਾ, ਠੀਕ ਹੈ। ਫਰੋਮ ਐਡਮਿਟਿੰਗ ਆਫਿਸ ਟੂ ਵਾਰਡਸ, ਠੀਕ ਹੈ। ਮਤਲਬ ਜਦੋਂ ਐਡਮਿਸ਼ਨ ਹੋ ਗਈ, ਐਡਮਿਸ਼ਨ ਆਫਿਸ ਤੋਂ ਲੈ ਕੇ ਵਾਰਡ ਤੱਕ ਪੇਸ਼ੈਂਟ ਨੂੰ ਲੈ ਕੇ ਗਏ। ਫਰੋਮ ਐਮਰਜੈਂਸੀ ਟੂ ਵਾਰਡਸ, ਐਮਰਜੈਂਸੀ ਹੁੰਦਾ ਜਿੱਥੇ ਫਸਟ ਪੇਸ਼ੈਂਟ ਨੂੰ ਲੈ ਕੇ ਆਉਂਦੇ, ਠੀਕ ਹੈ। ਜਿੱਥੇ ਆ ਕੇ ਪੇਸ਼ੈਂਟ ਦੀ ਮਤਲਬ ਫਸਟ ਏਡ ਹੁੰਦੀ ਆ, ਉਸ ਵਾਰਡ ਨੂੰ ਆਪਾਂ ਬੋਲਦੇ ਹਾਂ ਐਮਰਜੈਂਸੀ ਵਾਰਡਸ, ਠੀਕ ਹੈ। ਐਮਰਜੈਂਸੀ ਟੂ OTs ਮਤਲਬ ਆਪਰੇਸ਼ਨ ਥੀਏਟਰਸ, ICUs, ਫਰੋਮ ਵਾਰਡਸ ਟੂ OT ਔਰ ICUs, ਫਰੋਮ ਵਾਰਡਸ ਟੂ ਰੇਡੀਓਲੋਜੀ ਫॉर ਇਮੇਜਿੰਗ, ਠੀਕ ਹੈ। ਰੇਡੀਓਲੋਜੀ 'ਚ ਲੈ ਜਾਂਦੇ, ਜਿੱਦਾਂ ਕਈ ਵਾਰੀ ਪੇਸ਼ੈਂਟ ਨੂੰ ਐਕਸਰੇ ਵਗੈਰਾ ਕਰਾਉਣ ਦੀ ਜ਼ਰੂਰਤ ਪੈਂਦੀ, MRI ਕਰਾਉਣ ਦੀ ਜ਼ਰੂਰਤ ਪੈਂਦੀ, ਤਾਂ ਉਹਨੂੰ ਸਿੱਧਾ ਉੱਧਰ ਹੀ ਲੈ ਜਾਂਦੇ ਆ। ਫਰੋਮ ਵਾਰਡਸ ਟੂ ਵਾਰਡਸ, ਠੀਕ ਹੈ। ਮਤਲਬ ਇੱਕ ਵਾਰਡ ਤੋਂ ਦੂਸਰੇ ਵਾਰਡ, ਇੱਕ ਹੁੰਦਾ ਜ਼ਿਆਦਾ ਬੈਡਸ ਵਾਲਾ ਵਾਰਡ, ਇੱਕ ਹੁੰਦਾ ਸਿੰਗਲ ਬੈੱਡ ਵਾਲਾ ਰੂਮ, ਠੀਕ ਹੈ। ਪੇਸ਼ੈਂਟ ਕਈ ਹੁੰਦੇ ਕਿ ਸਾਰੇ ਪੇਸ਼ੈਂਟਸ ਦੇ ਨਾਲ ਕੰਫਰਟੇਬਲ ਹੁੰਦੇ ਆ, ਕਈ ਫਾਈਨੈਂਸ਼ੀਅਲੀ ਵਿਚਾਰੇ ਨਹੀਂ ਲੈ ਸਕਦੇ, ਤਾਂ ਉਹ ਆਪਣਾ ਗੈਦਰਿੰਗ ਵਾਲੇ ਵਿੱਚ ਰਹਿੰਦੇ, ਲਾਈਕ ਉਹਨੂੰ ਜਨਰਲ ਵਾਰਡ ਬੋਲਦੇ ਆ, ਠੀਕ ਹੈ। ਨਹੀਂ ਉਹ ਰਹਿ ਸਕਦਾ ਤਾਂ ਉਹ ਕੋਈ ਪ੍ਰਾਈਵੇਟ ਵਾਰਡ ਲੈ ਲੈਂਦਾ। ਇਸ ਤਰ੍ਹਾਂ ਵਾਰਡ ਟੂ ਵਾਰਡਸ ਵੀ ਵੈਰੀ ਕਰਦੇ ਆ। ਆਪਾਂ ਨੈਕਸਟ ਲੈਕਚਰਸ ਦੇ ਵਿੱਚ ਇਹ ਚੀਜ਼ਾਂ ਨੂੰ ਵੀ ਡਿਸਕਸ ਕਰਾਂਗੇ, ਠੀਕ ਹੈ। ਨੈਕਸਟ ਹੈਗਾ ਫਰੋਮ ਵਨ ICU ਟੂ ਅਦਰ ICU, ਇੱਕ ICU ਤੋਂ ਦੂਸਰੇ ICU, ਇੱਕ ਲਾਈਕ ਜਿੱਦਾਂ ਕਾਫੀ ICUs ਹੁੰਦੇ ਆ, ਜਾਂ CCU ਹੁੰਦਾ ਆ, ਠੀਕ ਹੈ। ਕ੍ਰਿਟੀਕਲ ਕੇਅਰ ਯੂਨਿਟ ਹੁੰਦੀ ਹੈ, ICU ਹੁੰਦੀ ਆ, PICU ਹੁੰਦਾ, NICU ਹੁੰਦਾ, SPICU ਹੁੰਦਾ, ਠੀਕ ਹੈ। ਇੱਦਾਂ ਕਾਫੀ ਜ਼ਿਆਦਾ ਵਾਰਡਸ ਹੁੰਦੇ ਨੇ, ਆਪਾਂ ਇਹਨਾਂ ਨੂੰ ਫਰਦਰ ਲੈਕਚਰਸ ਦੇ ਵਿੱਚ ਡਿਸਕਸ ਕਰਾਂਗੇ। ਨੈਕਸਟ ਹੈਗਾ ਇੰਟਰ ਹਸਪੀਟਲ ਟਰਾਂਸਫਰ। ਫਰੋਮ ਵਨ ਫੈਸਿਲਿਟੀ ਟੂ ਅਦਰ ਇਨ ਦ ਸੇਮ ਸਿਟੀ, ਇੱਕ ਸਿਟੀ ਦੇ ਵਿੱਚ ਹੀ ਇੱਕ ਤੋਂ ਦੂਸਰੀ ਜਗ੍ਹਾ ਲੈ ਕੇ ਜਾਣਾ। ਫਰੋਮ ਵਨ ਫੈਸਿਲਿਟੀ ਟੂ ਅਦਰ ਇਨ ਡਿਫਰੈਂਟ ਸਿਟੀ, ਡਿਫਰੈਂਟ ਸਿਟੀ ਦੇ ਵਿੱਚ ਜਿੱਦਾਂ ਟਰਾਂਸਫਰ ਪੇਸ਼ੈਂਟ ਦੀ ਹੋ ਜਾਣੀ। ਫਰੋਮ ਹਸਪੀਟਲ ਟੂ ਅਦਰ ਹੈਲਥ ਕੇਅਰ ਡਿਲੀਵਰੀ ਸੈਂਟਰ, ਗੌਰਮੈਂਟ ਹਸਪੀਟਲਸ, ਐਂਡ ਆਫ ਲਾਈਫ ਕੇਅਰ ਫੈਸਿਲਿਟੀਜ਼, ਨਰਸਿੰਗ ਹੋਮਸ, ਠੀਕ ਹੈ। ਇੱਕ ਹਸਪੀਟਲ ਤੋਂ ਦੂਸਰੇ ਹਸਪੀਟਲਸ ਦੇ ਵਿੱਚ, ਲਾਈਕ ਕਈ ਵਾਰੀ ਅਸੀਂ ਕਿਸੇ ਪੇਸ਼ੈਂਟ ਨੂੰ PGI ਲੈ ਕੇ ਕਿਸੇ ਪੇਸ਼ੈਂਟ ਨੂੰ ਕਿਤੇ ਨੋਰਮਲ ਜਿਹੇ ਹਸਪੀਟਲਸ ਲੈ ਕੇ ਜਾਂਦੇ ਹਾਂ, ਉਹ ਸਿੱਧਾ PGI ਰੈਫਰ ਕਰ ਦਿੰਦੇ ਨੇ। PGI ਵਾਲੇ ਜਿਹੜੇ ਹੁੰਦੇ ਉਹ ਮੇਜਰ ਜਿੱਦਾਂ ਕਿ ਆਪਣਾ ਰੋਲ ਪਲੇ ਕਰਦੇ ਆ, ਫਿਰ ਉਹ ਪੇਸ਼ੈਂਟ ਦੀ ਟਰੀਟਮੈਂਟ ਕਰਦੇ। ਇਸ ਤਰ੍ਹਾਂ ਪੇਸ਼ੈਂਟ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਿੱਦਾਂ ਸ਼ਿਫਟ ਕਰਨਾ, ਉਹਨੂੰ ਬੋਲਦੇ ਇੰਟਰ ਹਸਪੀਟਲ ਟਰਾਂਸਫਰ, ਠੀਕ ਹੈ।
ਨੈਕਸਟ ਪੇਸ਼ੈਂਟ ਨੂੰ ਟਰਾਂਸਫਰ ਤਾਂ ਕਰਨਾ, ਪਰ ਉਹਦੇ ਲਈ ਇਕੁਇਪਮੈਂਟਸ ਕਿਹੜੇ ਕਿਹੜੇ ਚਾਹੀਦੇ ਹੁੰਦੇ ਸਾਨੂੰ, ਠੀਕ ਹੈ। ਇਹਦੇ ਲਈ ਆਪਾਂ ਨੂੰ ਚਾਹੀਦਾ ਹੁੰਦਾ ਵੀਲ ਚੇਅਰ ਔਰ ਗਰਨੀ। ਗਰਨੀ ਕੀ ਹੁੰਦਾ, ਜਿਹੜੇ ਪਹੀਆਂ ਵਾਲਾ ਸਟ੍ਰੈਚਰ ਹੁੰਦਾ ਕਿ ਜਿਹਦੇ ਉੱਤੇ ਪੇਸ਼ੈਂਟ ਨੂੰ ਪਾਉਂਦੇ ਆ, ਤੁਰਦਾ ਰਹਿੰਦਾ, ਠੀਕ ਹੈ। ਨੈਕਸਟ ਹੈਗਾ ਕਵਰਿੰਗ ਫॉर ਦ ਕਲਾਇੰਟ। ਕਵਰਿੰਗ ਹੁੰਦਾ ਪੇਸ਼ੈਂਟ ਦੇ ਲਈ ਕੋਈ ਕਵਰ ਹੋਣਾ, ਜਿੱਦਾਂ ਉਹਦੇ ਵਿੱਚ ਪੇਸ਼ੈਂਟ ਨੂੰ ਪਾ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਜਾਣਾ। ਨੈਕਸਟ ਹੈਗਾ ਪੇਸ਼ੈਂਟਸ ਰਿਕਾਰਡਸ ਚਾਰਟ, ਪੇਸ਼ੈਂਟ ਕੇਅਰ ਪਲਾਨ ਐਂਡ ਵੈਲਿਊਏਬਲ ਰਿਸਿਪਟ। ਪੇਸ਼ੈਂਟ ਦੇ ਪ੍ਰੋਪਰ ਰਿਕਾਰਡਸ ਵਗੈਰਾ ਨਾਲ ਲੈ ਕੇ ਜਾਣੇ, ਹੈ ਨਾ, ਠੀਕ ਹੈ। ਪੇਸ਼ੈਂਟਸ MAR, ਠੀਕ ਹੈ। MAR ਮਤਲਬ ਮੈਡੀਕਲ ਐਡਮਿਨਿਸਟ੍ਰੇਸ਼ਨ ਰਿਕਾਰਡ, ਲਾਈਕ ਪੇਸ਼ੈਂਟ ਦੀ ਕੋਈ ਮੈਡੀਸਿਨ ਲੈਣ ਦੀ ਪ੍ਰੋਪਰ ਡਿਟੇਲ ਹੋਣੀ, ਠੀਕ ਹੈ। ਪੇਸ਼ੈਂਟਸ ਪਰਸਨਲ ਹਾਈਜੀਨ ਇਕੁਇਪਮੈਂਟਸ, ਪੇਸ਼ੈਂਟ ਦਾ ਪਰਸਨਲੀ ਜਿੱਦਾਂ ਕੋਈ ਪੇਸ਼ੈਂਟ ਆਪਣੇ ਨਾਲ ਕੈਰੀ ਕਰਦਾ ਹੋਵੇ ਸਾਫ਼ ਸਫਾਈ ਲਈ ਕੋਈ ਚੀਜ਼ ਨੂੰ, ਉਹ ਚੀਜ਼ ਨੂੰ ਕੈਰੀ ਕਰਨਾ, ਠੀਕ ਹੈ। ਸਪੈਸ਼ਲ ਇਕੁਇਪਮੈਂਟਸ ਆ ਜਾਂਦੇ ਜੀ, ਲਾਈਕ ਵੋਕਰਸ, ਐਬਡੋਮਨ ਬੈਲਟਸ ਹੋ ਗਈਆਂ, ਠੀਕ ਹੈ। ਜਿੱਦਾਂ ਕੋਈ ਪੇਸ਼ੈਂਟ ਰੈਗੂਲਰ ਯੂਜ਼ ਕਰਦਾ ਹੋਵੇ, ਉਹ ਚੀਜ਼ਾਂ ਨੂੰ ਨਾਲ ਲੈ ਕੇ ਜਾਂਦਾ ਹੋਵੇ, ਉਹ ਵੀ ਨਾਲ ਇਕੁਇਪਮੈਂਟਸ ਯੂਜ਼ ਹੋ ਜਾਂਦੇ ਆ। ਨੈਕਸਟ ਹੈਗਾ ਪਰਸਨਲ ਬਿਲੋਂਗਿੰਗਸ ਹੁੰਦਾ ਜੇ ਪੇਸ਼ੈਂਟ ਦਾ ਆਪਣਾ ਕੋਈ ਨਿੱਜੀ ਸਮਾਨ ਹੋਵੇ, ਹੈ ਨਾ, ਕਿ ਲੈ ਕੇ ਜਾਣਾ। ਬਾਕੀ ਜਿਹੜੇ ਹੌਸਪੀਟਲ ਦੇ ਵਿੱਚ ਯੂਜ਼ ਮੋਸਟਲੀ ਹੁੰਦੇ ਆ, ਆਪਾਂ ਕੁਛ ਇੱਥੇ ਇਮੇਜਿਸ ਲਗਾਈਆਂ ਹੋਈਆਂ ਹੈ, ਆਪਾਂ ਇਹਨਾਂ ਨੂੰ ਡਿਸਕਸ ਕਰ ਲੈਂਦੇ, ਠੀਕ ਹੈ। ਪਹਿਲਾ ਹੈਗਾ ਫੋਲਡਿੰਗ ਸਟ੍ਰੈਚਰ ਹੈਗਾ, ਪੇਸ਼ੈਂਟ ਨੂੰ ਅੰਦਰ ਪਾਉਂਦੇ ਆ, ਦੋਨੋਂ ਸਾਈਡਸ ਜਿੱਦਾਂ ਪਕੜਿਆ ਹੁੰਦਾ, ਜਿਹੜੇ ਵਾਰਡ ਅਟੈਂਡੈਂਟਸ ਹੁੰਦੇ ਲੈ ਜਾਂਦੇ, ਠੀਕ ਹੈ। ਨੈਕਸਟ ਹੈਗਾ ਸਟ੍ਰੈਚਰ ਦੇ ਉੱਤੇ ਪੇਸ਼ੈਂਟ ਨੂੰ ਪਾਉਂਦੇ ਆ, ਉੱਪਰ ਨੀਚੇ ਕੋਈ ਹੈਵੀ ਪੇਸ਼ੈਂਟਸ ਹੁੰਦੇ ਜਿਨ੍ਹਾਂ ਨੂੰ ਵੇਟ ਨਾਲ ਕੈਰੀ ਨਹੀਂ ਕਰ ਸਕਦੇ, ਉਹਨਾਂ ਨੂੰ ਸਟ੍ਰੈਚਰ 'ਤੇ ਪਾ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਪਾਂ ਲੈ ਕੇ ਜਾਂਦੇ ਹਾਂ। ਨੈਕਸਟ ਹੈਗਾ ਹੈ ਟਰਾਂਸਫਰ ਬੈਲਟ ਹੁੰਦੀ ਹੈ ਕਿ ਪੇਸ਼ੈਂਟ ਦੀ ਕਮਰ ਦੇ ਉੱਤੇ ਬੈਲਟ ਲਗਾਉਂਦੇ ਹਾਂ, ਅਸੀਂ ਉਸ ਬੈਲਟ ਦੇ ਨਾਲ ਪੇਸ਼ੈਂਟ ਨੂੰ ਕੈਰੀ ਕਰਦੇ ਹਾਂ, ਠੀਕ ਹੈ। ਨੈਕਸਟ ਹੈਗਾ ਸਾਡੇ ਕੋਲ ਹੌਸਪੀਟਲ ਕਾਰਟ ਹੁੰਦਾ, ਇਹਦੇ ਵਿੱਚ ਆਪਾਂ ਪ੍ਰੋਪਰਲੀ ਪੇਸ਼ੈਂਟ ਦੇ ਕਾਟਨ, ਇੰਜੈਕਸ਼ਨ ਸਭ ਕੁਛ ਰੱਖਦੇ ਹਾਂ, ਠੀਕ ਹੈ। ਇੱਥੇ ਆਪਾਂ ਵੇਖ ਸਕਦੇ ਹਾਂ ਕਿ ਇੱਕ ਉੱਪਰ ਬਾਊਲ ਰੱਖਿਆ ਹੋਇਆ ਔਰ ਨੀਚੇ ਇੱਕ ਬਾਲਟੀ ਜੀ ਟਾਈਪ ਰੱਖਿਆ ਹੋਇਆ ਸਮਾਨ, ਜਿਹੜਾ ਉੱਪਰ ਹੁੰਦਾ ਉਹਦੇ ਵਿੱਚ ਆਪਾਂ ਪ੍ਰੋਪਰਲੀ ਜਿਹੜੇ ਬ੍ਰੋਕਨ ਐਂਪਿਊਲਸ ਹੁੰਦੇ ਆ ਉਹ ਪਾਉਂਦੇ ਹਾਂ, ਨੀਚੇ ਜਿਹੜਾ ਹੁੰਦਾ ਉਹਦੇ ਵਿੱਚ ਆਪਾਂ ਕੋਈ ਵੀ ਵੇਸਟ ਮਟੀਰੀਅਲ ਪਾ ਸਕਦੇ ਹਾਂ, ਜਾਂ ਆਪਾਂ ਕੋਈ ਵੀ ਸਟਰਾਈਲ ਚੀਜ਼ ਨੂੰ ਰੱਖ ਸਕਦੇ ਹਾਂ, ਪਰ ਉਹਨੂੰ ਬਾਕੀ ਚੀਜ਼ਾਂ ਨਾਲੋਂ ਬਿਲਕੁਲ ਅਲੱਗ ਕਰਕੇ ਰੱਖਦੇ ਹਾਂ ਤਾਂ ਕਿ ਆਪਾਂ ਲੋੜ ਪੈਣ 'ਤੇ ਉਸ ਚੀਜ਼ ਨੂੰ ਡਿਸਕਾਰਡ ਕਰ ਸਕੀਏ ਜਾਂ ਉਸ ਚੀਜ਼ ਨੂੰ ਯੂਜ਼ ਕਰ ਸਕੀਏ। ਨੈਕਸਟ ਹੈਗਾ ਵੀਲ ਚੇਅਰ। ਕਈ ਪੇਸ਼ੈਂਟਸ ਹੁੰਦੇ ਜਿਹੜੇ ਜ਼ਿਆਦਾ ਪੈਦਲ ਨਹੀਂ ਚੱਲ ਸਕਦੇ, ਕਈਆਂ ਦੇ ਗੋਡਿਆਂ 'ਚ ਦਰਦ ਹੁੰਦੀ ਹੈ, ਠੀਕ ਹੈ। ਇਹ ਉਹਨਾਂ ਪੇਸ਼ੈਂਟਸ ਲਈ ਹੁੰਦੀ ਹੈ, ਕਿਉਂਕਿ ਜਿਹੜੇ ਬਿਲਕੁਲ ਅਨਕੌਂਸ਼ੀਅਸ ਪੇਸ਼ੈਂਟਸ ਹੁੰਦੇ ਆ ਉਹਨਾਂ ਦੇ ਲਈ ਤਾਂ ਆਪਾਂ ਸਟ੍ਰੈਚਰ ਯੂਜ਼ ਕਰ ਲੈਂਦੇ ਹਾਂ, ਪਰ ਜਿਹੜੇ ਕੌਂਸ਼ੀਅਸ ਪੇਸ਼ੈਂਟ ਹੁੰਦੇ ਜਿਨ੍ਹਾਂ ਨੂੰ ਹੋਸ਼ ਹੁੰਦੀ ਆ, ਆਪਾਂ ਉਹਨਾਂ ਨੂੰ ਨੋਰਮਲੀ ਵੀਲ ਚੇਅਰ 'ਤੇ ਬਿਠਾਉਂਦੇ ਹਾਂ, ਉਹਨਾਂ ਨੂੰ ਪ੍ਰੋਪਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟਰਾਂਸਫਰ ਕਰ ਸਕਦੇ ਹਾਂ, ਠੀਕ ਹੈ। ਅੱਗੇ ਸਾਡੇ ਹੈਗੇ ਆ ਪੇਸ਼ੈਂਟ ਨੂੰ ਟਰਾਂਸਫਰ ਕਰ ਲਿਆ, ਹੈ ਨਾ, ਉਹਦੀਆਂ ਪੇਸ਼ੈਂਟ ਦੀਆਂ ਪੋਜੀਸ਼ਨਸ ਕਿ ਕਿਹੜੀ ਪੋਜੀਸ਼ਨ ਦੇ ਵਿੱਚ ਆਪਾਂ ਪੇਸ਼ੈਂਟ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕੈਰੀ ਕਰਕੇ ਪਾ ਸਕਦੇ ਹਾਂ, ਠੀਕ ਹੈ। ਪਹਿਲਾਂ ਆਉਂਦੀ ਸੁਪਾਈਨ ਪੋਜੀਸ਼ਨ ਹੁੰਦੀ ਹੈ ਲਾਇੰਗ ਔਨ ਦ ਬੈਕ, ਠੀਕ ਹੈ। ਪੇਸ਼ੈਂਟ ਨੂੰ ਜਿੱਦਾਂ ਪੇਸ਼ੈਂਟ ਨੇ ਆਉਣਾ, ਉਹਨੇ ਆਪਣੀ ਪਿੱਠ 'ਤੇ ਲੇਟ ਜਾਣਾ, ਠੀਕ ਹੈ। ਇਹ ਕਿਹੜੇ ਪੇਸ਼ੈਂਟ ਹੁੰਦੇ ਜਿਨ੍ਹਾਂ ਨੂੰ ਸਿਰ ਦੇ ਵਿੱਚ ਕੋਈ ਪ੍ਰੋਬਲਮ ਹੋਵੇ, ਜਿੱਦਾਂ ਹੈਡ ਟਰਾਮਾਸ ਮਤਲਬ ਸਿਰ ਦੇ ਸਦਮੇ, ਹੈ ਨਾ, ਇੱਦਾਂ ਕੋਈ ਪ੍ਰੋਬਲਮ ਹੋਵੇ। ਨੈਕਸਟ ਹੈਗੇ ਆ ਫਾਊਲਰ ਪੋਜੀਸ਼ਨ ਹੁੰਦੀ ਹੈ ਕਿ ਪੇਸ਼ੈਂਟ ਜਿਹੜਾ ਉਹ ਆਪਣੀ ਪਿੱਠ ਦੇ ਉੱਤੇ ਲੇਟ ਜਾਂਦਾ ਹੈ, ਪਰ ਜਿਹੜਾ ਬੈੱਡ ਹੁੰਦਾ ਉਹਦਾ ਸਿਰ 30 ਤੋਂ 90 ਡਿਗਰੀ ਦੇ ਤੱਕ ਉੱਪਰ ਚੱਕ ਹੋ ਜਾਂਦਾ, ਠੀਕ ਹੈ। ਇਹ ਜ਼ਿਆਦਾ ਪੇਸ਼ੈਂਟ ਉਹੀ ਹੁੰਦੇ ਜਿਨ੍ਹਾਂ ਨੂੰ ਫੇਫੜਿਆਂ ਦੀ ਪ੍ਰੋਬਲਮ ਹੋਵੇ, ਜਾਂ ਜਿਨ੍ਹਾਂ ਨੂੰ ਮੋਟਾਪੇ ਦੀ ਪ੍ਰੋਬਲਮ ਹੋਵੇ, ਜਾਂ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਹੋਵੇ, ਠੀਕ ਹੈ। ਜਿੱਦਾਂ ਇੱਥੇ ਲਿਖਿਆ ਹੈ ਕਿ ਲਾਇੰਗ ਔਨ ਦ ਬੈਕ ਵਿਦ ਹੈਡ ਆਫ ਬੈਡ ਰੇਜ਼ 30 to 90 degrees, most commonly about 45 degrees, ਠੀਕ ਹੈ। ਓਬੈਸਿਟੀ, ਪਲਮਨਰੀ ਡਿਜ਼ੀਜ਼ਸ, ਐਗਜ਼ਾਮਪਲ ਐਸਥਮਾ ਐਂਡ ਹਾਰਟ ਡਿਜ਼ੀਜ਼ਸ। ਆਪਾਂ ਪੋਜੀਸ਼ਨ ਇੱਥੇ ਫੋਟੋ ਦੇ ਵਿੱਚ ਵੀ ਦੇਖ ਸਕਦੇ ਹਾਂ ਕਿ ਇੱਦਾਂ ਦੀ ਪੋਜੀਸ਼ਨ ਦੇ ਵਿੱਚ ਪੇਸ਼ੈਂਟ ਨੂੰ ਲਿਟਾ ਦਿੱਤਾ ਜਾਂਦਾ ਹੈ, ਠੀਕ ਹੈ। ਨੈਕਸਟ ਹੈਗੀ ਸਾਡੇ ਕੋਲ ਪ੍ਰੋਨ ਪੋਜੀਸ਼ਨ ਹੈਗੀ ਹੈ ਦ ਪੇਸ਼ੈਂਟ ਲਾਈਜ਼ ਔਨ ਐਬਡੋਮਨ ਵਿਦ ਦ ਹੈਡ ਟਰਨ ਟੂ ਵਨ ਸਾਈਡ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਕਿ ਪੇਸ਼ੈਂਟ ਜਿਹੜਾ ਮਰੀਜ਼ ਹੁੰਦਾ ਨਾ, ਉਹਦਾ ਸਿਰ ਇੱਕ ਪਾਸੇ ਨੂੰ ਮੋੜ ਕੇ ਉਹਨੂੰ ਪੇਟ ਦੇ ਭਾਰ ਲਿਟਾ ਦਿੱਤਾ ਜਾਂਦਾ, ਠੀਕ ਹੈ। ਇਹ ਕਿਹੜੇ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਨੂੰ ਇੰਜਰੀ ਆਫ ਬੈਕ ਮਤਲਬ ਕਿ ਪਿੱਠ 'ਤੇ ਸੱਟ ਹੋਵੇ, ਬਰਨ ਆਫ ਬੈਕ ਜਿਨ੍ਹਾਂ ਦੀ ਪਿੱਠ 'ਤੇ ਕੋਈ ਜਲ ਗਈ ਹੋਵੇ, ਜਾਂ ਉਹਨਾਂ 'ਤੇ ਕੋਈ ਬੈਡ ਸੋਰ ਵਗੈਰਾ ਟਾਈਪ ਕੁਛ ਵੀ ਹੋਵੇ, ਠੀਕ ਹੈ। ਉਹ ਵਾਲੇ ਪੇਸ਼ੈਂਟ ਨੂੰ ਆਪਾਂ ਪ੍ਰੋਨ ਪੋਜੀਸ਼ਨ ਦੇ ਵਿੱਚ ਲਿਟਾਉਂਦੇ ਹਾਂ ਪਹਿਲਾਂ ਲਿਆ ਕੇ, ਠੀਕ ਹੈ। ਨੈਕਸਟ ਹੈਗਾ ਸਾਡਾ ਸਾਈਡ ਲਾਈਂਗ ਪੋਜੀਸ਼ਨ the patient lies on one side of the body with the top leg in front of the bottom leg and the hip and knees flexed,
ਠੀਕ ਹੈ। ਇਹਦੇ ਵਿੱਚ ਕੀ ਹੁੰਦਾ, ਜਿਹੜਾ ਮਰੀਜ਼ ਹੁੰਦਾ ਨਾ ਸਰੀਰ ਦੇ ਇੱਕ ਪਾਸੇ ਦੇ ਭਾਰ ਲੇਟ ਜਾਂਦਾ, ਠੀਕ ਹੈ, ਅਤੇ ਉਹਦੀ ਉੱਪਰਲੀ ਜਿਹੜੀ ਲੱਤ ਹੁੰਦੀ ਹੈ ਉਹ ਨੀਚੇ ਵਾਲੀ ਲੱਤ ਦੇ ਸਾਹਮਣੇ ਹੁੰਦੀ ਹੈ, ਅਤੇ ਜਿਹੜੀ ਕਮਰ ਅਤੇ ਗੋਡੇ ਉਹਦੇ ਮੁੜੇ ਹੁੰਦੇ ਹਨ, ਠੀਕ ਹੈ। ਇਹਦੇ ਵਿੱਚ ਕਿਹੜੇ ਪੇਸ਼ੈਂਟਸ ਹੁੰਦੇ ਜਿਨ੍ਹਾਂ ਨੂੰ ਮਤਲਬ ਉਲਟੀ ਵਗੈਰਾ ਦੀ ਪ੍ਰੋਬਲਮ ਹੋਵੇ, ਪੇਸ਼ੈਂਟ ਵਿਦ ਵੋਮਿਟਿੰਗ, ਜਾਂ ਕਈਆਂ ਨੂੰ ਪੇਨ ਵਗੈਰਾ ਫੀਲ ਹੁੰਦੀ ਹੋਵੇ, ਉਹਨਾਂ ਦੀ ਪੇਨ ਨੂੰ ਘੱਟ ਕਰਨ ਦੇ ਲਈ ਆਪਾਂ ਪੇਸ਼ੈਂਟ ਨੂੰ ਇਸ ਪੋਜੀਸ਼ਨ ਦੇ ਵਿੱਚ ਲਿਟਾਉਂਦੇ ਹਾਂ। ਇਟ ਇਜ਼ ਆਲਸੋ ਨੋਨ ਐਜ਼ ਲੇਟਰਲ ਪੋਜੀਸ਼ਨ, ਇਸ ਪੋਜੀਸ਼ਨ ਨੂੰ ਲੇਟਰਲ ਪੋਜੀਸ਼ਨ ਵੀ ਬੋਲਿਆ ਜਾਂਦਾ, ਠੀਕ ਹੈ। ਆਪਾਂ ਨੂੰ ਜਿੱਦਾਂ ਆ ਸਕਦੇ, ਇਹਦੇ ਵਿੱਚ ਇੰਪੋਰਟੈਂਟ ਕੁਐਸਚਨਸ ਵੀ ਬਣ ਸਕਦੇ ਆ ਕਿ ਪੋਜੀਸ਼ਨਸ ਦੇ ਨਾਮ ਆ ਜਾਂਦੇ ਆ ਕਿ ਇਸ ਵਿੱਚ ਪੇਸ਼ੈਂਟ ਕਿਹੜਾ ਜਿਹੜਾ ਟਰਾਂਸਫਰ ਹੋ ਕੇ ਪੇਸ਼ੈਂਟ ਨੂੰ ਪਾਇਆ, ਉਹ ਵਿੱਚ ਪੇਸ਼ੈਂਟ ਦੀ ਕਿਹੜੀ ਕਿਹੜੀ ਪੋਜੀਸ਼ਨ ਆ ਗਈ, ਠੀਕ ਹੈ। ਇੱਦਾਂ ਦੇ ਕੁਐਸਚਨਸ ਦੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਇੰਪੋਰਟੈਂਟ ਕੁਐਸਚਨਸ ਬਣਦੇ ਆ, ਠੀਕ ਹੈ। ਨੈਕਸਟ ਹੈਗੇ ਆਪਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਟੌਪਿਕ ਡਿਸਕਸ ਕਰਾਂਗੇ ਕਿ ਪੇਸ਼ੈਂਟ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟਰਾਂਸਫਰ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਠੀਕ ਹੈ। ਅਤੇ ਆਪਾਂ ਹੋਰ ਵੀ ਵਾਰਡ ਅਟੈਂਡੈਂਟ ਦੇ ਰੋਲਸ ਕਿ ਹੌਸਪੀਟਲ ਦੇ ਵਿੱਚ ਕੀ ਕੀ ਉਹਦੇ ਰੋਲਸ ਹੁੰਦੇ ਨੇ, ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ, ਠੀਕ ਹੈ। ਨੈਕਸਟ ਆਪਾਂ ਹਰ ਲੈਕਚਰ ਦੇ ਐਂਡ ਦੇ ਵਿੱਚ ਕੁਝ MCQs ਡਿਸਕਸ ਕਰਾਂਗੇ ਤਾਂ ਕਿ ਅਸੀਂ ਨਾਲ ਦੀ ਨਾਲ ਥੋੜ੍ਹਾ ਹਿੰਟ ਲੈਂਦੇ ਰਹੀਏ ਕਿ ਕਿਸ ਤਰ੍ਹਾਂ ਦੇ ਕੁਐਸਚਨਸ ਪੇਪਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਹਨ, ਠੀਕ ਹੈ। ਤੋ ਜਿਹੜਾ ਸਾਡਾ ਫਸਟ ਕੁਐਸਚਨ ਹੈਗਾ ਉਹ ਹੈਗਾ ਹੌਸਪੀਟਲ ਬੇਸਡ ਰਿਸਰਚ ਐਕਟੀਵਿਟੀਜ਼ ਐਨਹਾਂਸ ਮੈਡੀਕਲ ਟੈਕਨੋਲੋਜੀ ਐਂਡ ਸਰਵਿਸਿਜ਼ ਇਨ ਦ ਏਰੀਆਜ਼ ਆਫ, ਮਤਲਬ ਕਿ ਜਿਹੜੇ ਹੌਸਪੀਟਲ ਬੇਸਡ ਜਿਹੜੀਆਂ ਖੋਜਾਂ ਹੁੰਦੀਆਂ ਨੇ, ਠੀਕ ਹੈ, ਉਹ ਮੈਡੀਕਲ ਦੇ ਜਿਹੜੇ ਟੈਕਨੋਲੋਜੀ ਅਤੇ ਸੇਵਾਵਾਂ ਨੂੰ ਵਧਾਉਂਦੀਆਂ ਹਨ। ਕਿਹੜੀਆਂ ਹੁੰਦੀਆਂ ਨੇ ਉਹ, ਕਿਹੜੀਆਂ ਰਿਸਰਚਿਸ ਹੁੰਦੀਆਂ ਨੇ, ਫਿਜ਼ੀਕਲ ਐਂਡ ਸਾਈਕੋ ਸੋਸ਼ਲ ਐਸਪੈਕਟਸ ਆਫ ਹੈਲਥ ਐਂਡ ਡਿਜ਼ੀਜ਼ਿਜ਼, ਕਲੀਨਿਕਲ ਮੈਡੀਸਿਨ, ਹੌਸਪੀਟਲ ਪ੍ਰੈਕਟਿਸਿਸ ਐਂਡ ਐਡਮਿਨਿਸਟ੍ਰੇਸ਼ਨ, ਆਲ ਆਫ ਅਬਵ, ਠੀਕ ਹੈ। ਇਹਦਾ ਆਨਸਰ ਆਏਗਾ ਜੀ ਆਲ ਆਫ ਅਬਵ, ਕਿਉਂਕਿ ਇਹ ਸਾਰੀਆਂ ਹੀ ਐਕਟੀਵਿਟੀਜ਼ ਨੇ ਜਿਹੜੀਆਂ ਕਿ ਹੌਸਪੀਟਲ ਬੇਸਡ ਰਿਸਰਚ ਐਕਟੀਵਿਟੀਜ਼ ਨੇ ਜਿਹੜੀਆਂ ਕਿ ਮੈਡੀਕਲ ਟੈਕਨੋਲੋਜੀ ਅਤੇ ਸਰਵਿਸਿਜ਼ ਨੂੰ ਵਧਾਉਂਦੀਆਂ ਨੇ, ਠੀਕ ਹੈ। ਨੈਕਸਟ ਹੈਗਾ ਕੰਟਰੋਲ ਆਫ ਕਮਿਊਨੀਕੇਬਲ ਡਿਜ਼ੀਜ਼ਿਜ਼, ਸੌਰੀ ਇੱਥੇ ਮਿਸਟੇਕ ਹੋ ਗਈ, ਇਟਸ ਨਾਟ ਕਮਿਊਨੀਕੇਲ, ਇਟਸ ਕਮਿਊਨੀਕੇਬਲ। ਕੰਟਰੋਲ ਆਫ ਕਮਿਊਨੀਕੇਬਲ ਡਿਜ਼ੀਜ਼ਿਜ਼ ਇਜ਼ ਅ ਡੈਸ਼ ਫੰਕਸ਼ਨ, ਠੀਕ ਹੈ। ਕੰਟਰੋਲ ਆਫ ਕਮਿਊਨੀਕੇਬਲ ਡਿਜ਼ੀਜ਼ਿਜ਼ ਕਿਹੜੀਆਂ ਹੁੰਦੀਆਂ, ਜਿਹੜੀਆਂ ਇੱਕ ਬੰਦੇ ਤੋਂ ਦੂਸਰੇ ਨੂੰ ਆਰਾਮ ਨਾਲ ਟਰਾਂਸਫਰ ਹੋ ਸਕਦਾ, ਜਿੱਦਾਂ ਕਫ ਹੋ ਗਈ, ਕੋਲਡ ਹੋ ਗਿਆ, ਇਟਸ ਅ ਕਮਿਊਨੀਕੇਬਲ ਡਿਜ਼ੀਜ਼, ਠੀਕ ਹੈ। ਇਹ ਕਹਿੰਦੇ ਕਿਹੜਾ ਫੰਕਸ਼ਨ ਹੈਗਾ ਆ, ਰਿਸਟੋਰੇਟਿਵ ਮਤਲਬ ਸਵਸਥਕਾਰੀ, ਨੈਕਸਟ ਪ੍ਰੀਵੈਂਟਿਵ ਰੋਕਥਾਮ, ਟ੍ਰੇਨਿੰਗ ਕ੍ਰੀਏਸ਼ਨ ਪਤਾ ਹੀ ਹੈਗਾ, ਠੀਕ ਹੈ। ਇਹਦਾ ਕ੍ਰੀਏਸ਼ਨ ਮੀਨਸ ਨਿਰਮਾਣ, ਠੀਕ ਹੈ। ਕਿਹੜੀ ਇਹ ਡਿਜ਼ੀਜ਼ ਹੈ, ਜਿਹੜੀ ਕਮਿਊਨੀਕੇਬਲ ਡਿਜ਼ੀਜ਼ ਦਾ ਕੰਟਰੋਲ ਹੈਗਾ, ਇਹ ਕਿਹੜਾ ਫੰਕਸ਼ਨ ਹੈਗਾ ਆ, ਇਹ ਪ੍ਰੀਵੈਂਟਿਵ ਹੀ ਹੈਗਾ, ਆਪਾਂ ਇਹਨੂੰ ਪ੍ਰੀਵੈਂਟ ਹੀ ਕਰਨਾ। ਲਾਈਕ ਅੱਜ ਕੱਲ੍ਹ COVID-19 ਚੱਲ ਰਿਹਾ, ਜਿਸ ਤਰ੍ਹਾਂ ਸਾਨੂੰ ਗੌਰਮੈਂਟ ਵੱਲੋਂ ਵੀ ਇਹੀ ਆਦੇਸ਼ ਆਉਂਦੇ ਕਿ ਮਾਸਕ ਲਗਾਓ, ਪ੍ਰੀਵੈਂਸ਼ਨ ਰੱਖੋ, ਜਿੰਨੀ ਪ੍ਰੀਵੈਂਸ਼ਨ ਰੱਖੋਗੇ ਓਨਾ ਹੀ ਚੀਜ਼ ਕਿਉਰ ਹੋਏਗੀ। ਲਾਈਕ ਅਸੀਂ ਸੁਣਿਆ ਵੀ ਹੈ ਕਿ ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਉਰ, ਠੀਕ ਹੈ। ਆਪਾਂ ਪ੍ਰੀਵੈਂਸ਼ਨ ਰੱਖਣੀ ਹੈ ਤਾਂ ਹੀ ਆਪਾਂ ਕਿਸੇ ਚੀਜ਼ ਨੂੰ ਕੰਟਰੋਲ ਕਰ ਸਕਦੇ ਹਾਂ। ਨੈਕਸਟ ਹੈਗਾ ਆ ਡੈਸ਼ ਸਰਵਿਸਿਜ਼ ਆਰ ਇਨਵੋਲਵਡ ਇਨ ਡੀਲਿੰਗ ਵਿਦ ਐਕਸੀਡੈਂਟਸ, ਨੈਚੁਰਲ ਡਿਜ਼ਾਸਟਰਸ ਐਂਡ ਐਪੀਡੈਮਿਕਸ, ਠੀਕ ਹੈ। ਕਿ ਕੁਛ ਜਿਹੜੀਆਂ ਸਰਵਿਸਿਜ਼ ਹੁੰਦੀਆਂ ਆ, ਕਿਹੜੀਆਂ ਸੇਵਾਵਾਂ ਹੁੰਦੀਆਂ ਆ ਜਿਹੜੀਆਂ ਕਿ ਮਹਾਮਾਰੀਆਂ ਜਾਂ ਐਕਸੀਡੈਂਟਸ ਵਗੈਰਾ ਨਾਲ ਡੀਲ ਕਰਨ ਦੇ ਲਈ ਸ਼ਾਮਿਲ ਹੁੰਦੀਆਂ ਨੇ, ਕਿਹੜੀਆਂ ਹੁੰਦੀਆਂ ਨੇ, ਐਮਰਜੈਂਸੀ, ਰਿਸਰਚ, ਟ੍ਰੇਨਿੰਗ, ਨੌਨ ਕਲੀਨਿਕਲ। ਇਹਦਾ ਆਨਸਰ ਹੋਏਗਾ ਐਮਰਜੈਂਸੀ, ਕਿਉਂਕਿ ਐਮਰਜੈਂਸੀ ਸਰਵਿਸਿਜ਼ ਹੁੰਦੀਆਂ ਨੇ ਇਨਵੋਲਵ ਡੀਲਿੰਗ ਵਿਦ ਐਕਸੀਡੈਂਟਸ, ਨੈਚੁਰਲ ਡਿਜ਼ਾਸਟਰਸ ਐਂਡ ਐਪੀਡੈਮਿਕਸ, ਠੀਕ ਹੈ। ਨੈਕਸਟ ਹੈਗਾ ਆ ਇਕਵਿਪਮੈਂਟਸ ਮੇਨਟੇਨੈਂਸ ਐਂਡ ਸਪਲਾਈ ਚੈੱਕ ਡੈਸ਼, ਵਾਰਡ ਅਟੈਂਡੈਂਟ ਰੂਲਸ, ਪੋਲਿਸੀ ਬੇਸਡ ਪ੍ਰੋਸੀਜਰਸ, ਪੇਸ਼ੈਂਟਸ ਡਿਸੀਜਨਸ, ਨਨ ਆਫ ਅਬਵ, ਠੀਕ ਹੈ। ਇਹਦਾ ਆਨਸਰ ਆਏਗਾ ਪੋਲਿਸੀ ਬੇਸਡ ਪ੍ਰੋਸੀਜਰਸ। ਪੋਲਿਸੀ ਬੇਸਡ ਜਿਹੜੇ ਨੀਤੀ ਆਧਾਰਿਤ ਪ੍ਰਕਿਰਿਆਵਾਂ ਹੁੰਦੀਆਂ ਨੇ, ਠੀਕ ਹੈ। ਮਤਲਬ ਕਿ ਇਹਦਾ ਹੈਗਾ ਆ ਕਿ ਆਪਾਂ ਕਿ ਜਿਹੜੀ ਆਪਾਂ ਸਪਲਾਈ ਚੈੱਕ ਵਗੈਰਾ ਕਰਦੇ ਹਾਂ ਉਹ ਕੀ ਹੈਗੇ ਆ, ਇਹ ਜਿਹੜੇ ਹੌਸਪੀਟਲ ਦੇ ਪੋਲਿਸੀਜ਼ ਹੁੰਦੀਆਂ ਉਹਦੇ ਬੇਸਡ ਪ੍ਰੋਸੀਜਰਸ ਹੁੰਦੇ ਨੇ, ਜਿਹਦੇ ਥਰੂ ਆਪਾਂ ਇਕਵਿਪਮੈਂਟਸ ਦੀ ਮੇਨਟੇਨੈਂਸ ਰੱਖ ਸਕਦੇ ਹਾਂ ਔਰ ਸਪਲਾਈ ਨੂੰ ਚੈੱਕ ਕਰ ਸਕਦੇ ਹਾਂ,
ठीक है। नैक्सट हैगा आ डैश एनहांसिस इंटरपर्सनल स्किल्स, ठीक है। इंटरपर्सनल स्किल्स नू कौन इनहांस करदा आ? इन क्वेश्चन इत्थे आंदा कि इंटरपर्सनल स्किल्स की हुंदे जिहड़े आपसी हुनर हुंदे, आपसी हुनर नू वधाउण लई किहड़ी चीज़ उहनूं इनहैंस करदी है, ठीक है। ये हैगा पॉजिटिव कम्युनिकेशन, नैगेटिव पर्सनल स्किल, अनक्लीयर स्पीच, ऑल ऑफ अबव। इंटरपर्सनल असीं किसी नाल गल करनी होवे, अगर वो साडे नाल प्रॉपरली गल करेगा एक इफैक्टिव वे दे नाल, असीं तां ही उहदे वल अट्रैक्ट हुंदे आ ना, बिना गल तो। अगर वो साडे नाल प्रॉपरली गल नहीं करेगा, कोई नैगेटिव साडे नाल गल करेगा, असीं उहदे वल अट्रैक्ट नहीं हो सकदे। इसलिए इहदा आंसर आएगा पॉजिटिव कम्युनिकेशन, ठीक है। नैक्सट हैगा रोल्स एंड रिस्पॉन्सिबिलिटीज़ ऑफ अ वार्ड अटेंडेंट इंक्लूड डैश ए मेंटेनिंग पेशेंट सेफ्टी, असिस्टिंग हेल्थ केयर स्टाफ, गुड इंटरपर्सनल स्किल, ऑल ऑफ अबव, ठीक है। कहते कि एक वार्ड अटेंडेंट दियाँ जिम्मेवारियां दे विच की शामिल हुंदा आ? सब कुछ शामिल हुंदा है, क्योंकि वो मेनटेन करदा पेशेंट सेफ्टी नू, असिस्ट करदा हैल्थ केयर स्टाफ नू, गुड इंटरपर्सनल स्किल्स वो अंदर हुंदे ने। इसलिए इहदा आंसर आएगा डी ऑप्शन के ऑल ऑफ अबव। नैक्सट हैगा आ एक सानू सिचुएशन दित्ती हुई है, ठीक है, कि एक वार्ड अटेंडेंट नेम्ड मनु वॉज ट्रांसपोर्टिंग अ पेशेंट सफरिंग फ्रॉम अ क्रोनिक डिजीज़, ठीक है। कोई पेशेंट सीगा जिहड़ा कि क्रोनिक डिजीज़ दे नाल, क्रोनिक डिजीज़ हुंदे चिरकाली बीमारी, ठीक है, मतलब जिहड़ी काफ़ी देर तो चल रही होवे, ठीक है। मनु अंडरस्टूड द पेशेंट्स एंगजाइटी एंड आंसर्ड हिज क्वेरीज। मनु ने पेशेंट की एंगजाइटी नू, मतलब पेशेंट की चिंता नू समझ लिया ते उहदी हर एक चीज़ नू एक प्रॉपर वे दे नाल आंसर किया। विच एबिलिटी ऑफ मनु एज एन आइडियल वार्ड अटेंडेंट इज़ रिफ्लैक्टेड इन दिस। कहते पूरी सिचुएशन दे विच जिहड़ी मनु हैगी है, कोई मनु चाहे वो मेल है चाहे फीमेल है, ठीक है। वार्ड अटेंडेंट कोई भी हो सकता, मेल भी हो सकता, फीमेल भी हो सकती है, ठीक है। कहते कि उन्हें उहदे इस पूरी सिचुएशन दे विच उहदा किहड़ा बिहेवियर सानू देखण नू मिलदा हैगा, ठीक है। ऑप्शनस हैगियां डिस्ट्रैक्शन, डिस्ट्रैक्शन मतलब कि परेशानी, एम्पैथी, एम्पैथी मतलब हमदर्दी, इनडिफरेंट मतलब उदासीन, उदासीन जो मतलब सैड सैड जिहा रहना होता, ठीक है, वार्ड अटेंडेंट का। एंड नन ऑफ अबव, उपरोक्त च कोई भी नहीं, उपर लिखिया च कोई भी नहीं। ਇਹਦੇ 'ਚ ਹੈਗਾ कि ਇੰਪੈਥੀ, ਜਦੋਂ ਮਨੂ ਨੂੰ ਪੇਸ਼ੈਂਟ ਦੇ ਨਾਲ ਹਮਦਰਦੀ ਹੋਈ, ਉਹਨੇ ਉਹਦੀ ਐਂਗਜ਼ਾਇਟੀ ਸਮਝੀ, ਉਹਦੀ ਚਿੰਤਾ ਨੂੰ ਸਮਝਿਆ ਅਤੇ ਉਹਦੀ ਹਰ ਚੀਜ਼ ਨੂੰ ਆਨਸਰ ਕੀਤਾ, ਠੀਕ ਹੈ। ਇਹਦਾ ਆਨਸਰ ਆਏਗਾ ਬੀ, ਦੈਟ ਇਜ਼ ਇੰਪੈਥੀ। ਨੈਕਸਟ ਕੁਐਸਚਨ ਹੈਗਾ ਸਾਡਾ, ਅ ਵਾਰਡ ਅਟੈਂਡੈਂਟ ਮਸਟ ਬੀ ਏਬਲ ਟੂ ਵਰਕ ਟੂਗੈਦਰ ਇਨ ਅ ਡੈਸ਼ ਫॉर ਅ ਬੈਨੀਫਿਟ ਆਫ ਅ ਪੇਸ਼ੈਂਟ, ਠੀਕ ਹੈ। ਕਹਿੰਦੇ ਕਿ ਇੱਕ ਵਾਰਡ ਅਟੈਂਡੈਂਟ ਜਿਹੜਾ ਹੈਗਾ ਆ, ਉਹ ਇੱਕ ਮਰੀਜ਼ ਦੇ ਫਾਇਦੇ ਲਈ ਕਿਸ ਵਿੱਚ ਮਿਲ ਕੇ ਕੰਮ ਕਰਨ ਦੇ ਯੋਗ ਹੋਣਾ ਚਾਹੀਦਾ, ਠੀਕ ਹੈ। ਓਬਵੀਅਸ ਹੈ ਕਿ ਉਹ ਇੱਕ ਟੀਮ ਦੇ ਵਿੱਚ ਮਿਲ ਕੇ ਕੰਮ ਕਰਨ ਵਾਲਾ ਹੋਣਾ ਚਾਹੀਦਾ। ਇੰਡੀਵਿਜੂਅਲੀ ਅਸੀਂ ਉਹ ਸਾਡੀ ਪ੍ਰੋਪਰਲੀ ਕੇਅਰ ਕਰ ਨਹੀਂ ਸਕਦਾ, ਹੈ ਨਾ, ਕਿਉਂਕਿ ਉਹਨੂੰ ਪ੍ਰੋਪਰ ਨੌਲੇਜ ਨਹੀਂ ਹੈਗੀ। ਉਹ ਵਾਰਡ ਅਟੈਂਡੈਂਟ ਤਾਂ ਵਾਰਡ ਅਟੈਂਡੈਂਟ ਹੀ ਹੈ ਨਾ, ਡਾਕਟਰ ਤਾਂ ਨਹੀਂ ਹੈਗਾ। ਅਤੇ ਡਾਕਟਰ ਹੈ ਉਹ ਡਾਕਟਰ ਵਾਰਡ ਅਟੈਂਡੈਂਟ ਨਹੀਂ ਬਣ ਸਕਦਾ, ਠੀਕ ਹੈ। ਇਸ ਲਈ ਆਪਾਂ ਇਹਦਾ ਆਨਸਰ ਹੈਗਾ ਆਪਸ਼ਨ ਬੀ, ਦੈਟ ਇਜ਼ ਟੀਮ। ਨੈਕਸਟ ਕੁਐਸਚਨ ਹੈਗਾ ਆ, ਪ੍ਰੋਫੈਸ਼ਨਲ ਲੀਗਲ ਐਂਡ ਐਥੀਕਲ ਇਸ਼ੂਜ਼ ਆਰ ਫੋਲੋਡ ਐਂਡ ਗਵਰਨਡ ਬਾਈ ਡੈਸ਼। प्रोफैशनल होंगे पेशा कि किस तरह का पेशेवार जी चीज़ होंगी है। लीगल हो गया कानूनी, एथिकल हो गया नैतिक, नैतिक मसले कहते सारे फॉलोड तो गवर्नड बाय किहड़े एक्ट के थ्रू गवर्न होंगे हैं, ठीक है। ऑप्शन ए देखो जी हैल्थ एक्ट, ऑप्शन बी पर्सनल प्राइवेसी एक्ट, ऑप्शन सी हैल्थ इंफॉर्मेशन पेशेंट प्राइवेसी एक्ट एंड ऑप्शन डी नन ऑफ अबव। ਇਹਦਾ ऑप्शन सी आंसर आएगा, दैट इज़ हेल्थ इंफॉर्मेटिव पेशेंट प्राइवेसी एक्ट, ठीक है। नैक्सट क्वेश्चन हैगा, डैश इज़ अ सैट ऑफ प्रैक्टिसिस परफॉर्म्ड फॉर द प्रिजर्वेशन ऑफ हैल्थ। कहते कि किहड़ियां एक्टिविटीज़ जिहड़ियां परफॉर्म होनियां चाहिदियां फॉर द प्रिजर्वेशन ऑफ हैल्थ, हैल्थ नू प्रिजर्व करन दे लई किहड़ी किहड़ी एक्टिविटीज़ होनी चाहिदियां, हाइजीन, हैल्थ, इन्वायरमेंट, हैबिट्स, ठीक है। कि स्वच्छता, सेहत, वातावरण ते आदतां। स्वच्छता जिहड़ी है वही पहला मेन होनी चाहिए अगर आप अपनी हैल्थ नू मेनटेन रखना है, ठीक है जी।
ਥੈਂਕ ਯੂ। ਅੱਜ ਦੀ ਕਲਾਸ ਦੇ ਵਿੱਚ ਸਾਡਾ ਇਹੀ ਟੌਪਿਕ ਸੀਗੇ, ਇੰਨੇ ਅਸੀਂ MCQs ਕੱਲ੍ਹ ਫੇਰ ਕਰਾਂਗੇ ਕੱਲ੍ਹ ਦੀ ਕਲਾਸ ਦੇ ਲਈ। ਤੋ ਜਿਸ ਦਿਨ ਤੱਕ ਸਾਡਾ ਪੇਪਰ ਨਹੀਂ ਆਉਂਦਾ ਉਸ ਦਿਨ ਤੱਕ ਡੇਲੀ ਤੁਸੀਂ ਕਲਾਸ ਨੂੰ ਅਟੈਂਡ ਕਰਨਾ ਹੈ, ਤਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਚੀਜ਼ ਨੂੰ ਗੇਨ ਕਰ ਸਕੀਏ। ਐਂਡ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ 5 ਦਿਨ ਦੇ ਵਿੱਚ ਅਸੀਂ ਸਭ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਨੂੰ ਕਵਰ ਕਰੀਏ ਔਰ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਗੇਨ ਕਰੀਏ, ਤਾਂ ਕਿ ਸਾਨੂੰ ਪੇਪਰ ਦੇ ਵਿੱਚ ਬੈਠਣ ਲੱਗੇ ਇਹ ਨਾ ਹੋਵੇ ਕਿ ਅਸੀਂ ਕੁਝ ਪੜ੍ਹ ਕੇ ਨਹੀਂ ਆਏ, ਅਸੀਂ ਸਭ ਕੁਝ ਕਵਰ ਕਰਾਂਗੇ। ਸੋ ਤੁਸੀਂ ਰੋਜ਼ ਹੀ ਕਲਾਸ ਨੂੰ ਅਟੈਂਡ ਕਰੋ, ਕਲਾਸ ਨੂੰ ਸ਼ੇਅਰ ਕਰੋ, ਤਾਂ ਕਿ ਤੁਹਾਡੇ ਹੋਰ ਵੀ ਫਰੈਂਡਸ ਇਸ ਕਲਾਸ ਨੂੰ ਅਟੈਂਡ ਕਰ ਸਕਣ। ਸੋ ਥੈਂਕ ਯੂ ਫॉर ਟੁਡੇ। ਕੱਲ੍ਹ ਮਿਲਦੇ ਹਾਂ। ਥੈਂਕ ਯੂ ਜੀ।